हाँ जी, सत श्री अकाल बाई सारिਆਂ ਨੂੰ। सक्सैस ट्री पंजाब ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਇੰਨੀ ਕੁ ਜਾਣਕਾਰੀ ਬਾਈ ਸਾਰਿਆਂ ਕੋਲ ਪਹੁੰਚ ਚੁੱਕੀ ਹੈ ਕਿ PSSB ਨੇ ਸਾਡੇ ਕੁਝ ਇੰਪੋਰਟੈਂਟ ਇਮਤਿਹਾਨ ਜਿਹਦੇ ਵਿੱਚ ਪੰਜਾਬ ਪਟਵਾਰੀ ਹੈ, ਐਕਸਾਈਜ਼ ਇੰਸਪੈਕਟਰ ਹੈ, ਇਹਨਾਂ ਦੀ ਡੇਟ ਅਨਾਉਂਸ ਕੀਤੀ ਹੈ। ਅੱਜ ਤੋਂ ਬਿਲਕੁਲ 30ਵੇਂ 32ਵੇਂ ਦਿਨ 14 ਮਈ ਨੂੰ ਸਾਡਾ ਪੰਜਾਬ ਪਟਵਾਰੀ ਦਾ ਪੇਪਰ ਲਿਆ ਜਾਣਾ ਹੈ ਤੇ ਬਿਲਕੁਲ 7 ਦਿਨ ਬਾਅਦ 21 ਮਈ ਨੂੰ ਐਕਸਾਈਜ਼ ਇੰਸਪੈਕਟਰ ਦੀ ਡੇਟ ਅਨਾਉਂਸ ਹੋਈ ਹੈ। ਹਾਲਾਂਕਿ ਐਕਸਾਈਜ਼ ਦਾ ਪੇਪਰ ਜਨਵਰੀ ਦੇ ਵਿੱਚ ਇਹਨਾਂ ਨੇ ਤੈਅ ਕੀਤਾ ਸੀ ਪਰ ਪੋਸਟਪੋਨ ਕਰ ਦਿੱਤਾ ਗਿਆ ਸੀ ਤੇ ਆਖਰਕਾਰ ਉਸ ਦੀ ਦੁਬਾਰਾ ਡੇਟ ਅਨਾਉਂਸ ਕੀਤੀ ਗਈ ਹੈ ਤੇ ਵਿਦਿਆਰਥੀਆਂ ਦੇ ਵਿੱਚ ਇੱਕ ਆਸ ਦੀ ਕਿਰਨ ਜਾਗੀ ਹੈ ਕਿ ਫਾਈਨਲੀ ਇਹ ਐਗਜ਼ਾਮਸ ਲਏ ਜਾ ਰਹੇ ਨੇ। ਤਾਂ ਸਕਸੈਸ ਟਰੀ ਪੰਜਾਬ ਵੱਲੋਂ ਅਸੀਂ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਇਹਨਾਂ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਦੇ ਲਈ ਲਗਾਤਾਰ YouTube ਸੈਸ਼ਨਸ ਲਗਾਏ ਨੇ। ਪੇਡ ਬੈਚ ਦੇ ਵਿੱਚ ਕਾਫੀ ਬੱਚਿਆਂ ਨੇ ਆਪਣੀ ਇਹਨਾਂ ਇਮਤਿਹਾਨਾਂ ਦੀ ਤਿਆਰੀ ਕੀਤੀ ਹੈ ਤੇ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਇਹਨਾਂ ਇਮਤਿਹਾਨਾਂ ਦੀ ਡੇਟ ਅਨਾਉਂਸ ਹੋਗੀ ਤਾਂ ਤੁਸੀਂ ਜਿੱਥੋਂ ਵੀ ਤਿਆਰੀ ਕੀਤੀ ਹੈ ਪੇਡ ਬੈਚ, ਚਾਹੇ ਤੁਸੀਂ ਸਾਡੇ ਕੋਲ ਫੁੱਲ ਸਿਲੇਬਸ ਕਰ ਰਹੇ ਹੋ, ਚਾਹੇ ਕਿਤੋਂ ਵੀ ਪੜ੍ਹ ਕੇ ਆਏ ਹੋ, ਤੁਹਾਡੇ ਸਾਰੇ ਸਿਲੇਬਸ ਨੂੰ ਪੋਲਿਸ਼ ਕਰਨ ਦੇ ਲਈ, ਵੀਕ ਏਰੀਆਜ਼ ਨੂੰ ਸਟਰੋਂਗ ਕਰਨ ਦੇ ਲਈ ਤੇ ਐਗਜ਼ਾਮ ਓਰੀਐਂਟਡ ਤਿਆਰੀ ਕਰਨ ਦੇ ਲਈ ਕ੍ਰੈਸ਼ ਕੋਰਸ ਇੰਟਰੋਡਿਊਸ ਕਰਾਂਗੇ। ਤਾਂ ਵਾਅਦੇ ਮੁਤਾਬਕ ਕੱਲ ਤੁਹਾਡੇ ਨਾਲ ਉਸ ਕ੍ਰੈਸ਼ ਕੋਰਸ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਮੈਂ ਟਾਈਮ ਟੇਬਲ ਉਹਦੇ ਵਿੱਚ ਸਾਂਝਾ ਕੀਤਾ, ਕਿਸ ਸ਼ੈਡਿਊਲ ਦੇ ਹਿਸਾਬ ਨਾਲ ਆਪਾਂ ਉਹਦੇ ਵਿੱਚ ਕੱਲੇ-ਕੱਲੇ ਸਬਜੈਕਟ ਨੂੰ ਕਵਰ ਕਰਾਂਗੇ। ਤਾਂ ਅੱਜ ਇਸ ਵੀਡੀਓ ਰਾਹੀਂ ਜਿਹੜੇ ਵਿਦਿਆਰਥੀ ਉਸ ਕ੍ਰੈਸ਼ ਕੋਰਸ ਦੇ ਵਿੱਚ ਆਲਰੇਡੀ ਐਨਰੋਲ ਕਰ ਚੁੱਕੇ ਨੇ ਜਾਂ ਜਿਹੜੇ ਵਿਦਿਆਰਥੀ ਅਗਲੇ ਸਮੇਂ ਦੇ ਵਿੱਚ ਕਰਨ ਦੀ ਇੱਛਾ ਰੱਖਦੇ ਨੇ, ਉਹਨਾਂ ਸਾਰਿਆਂ ਦੇ ਲਈ ਮੈਂ ਇਹ ਜਾਣਕਾਰੀ ਲੈ ਕੇ ਆਇਆ ਕਿ ਉਸ ਕ੍ਰੈਸ਼ ਕੋਰਸ ਦੇ ਵਿੱਚ ਜੋ ਤੁਹਾਡਾ ਇਹਨਾਂ ਦੋਵਾਂ ਇਮਤਿਹਾਨਾਂ ਦੇ ਲਈ, ਪਟਵਾਰੀ ਅਤੇ ਐਕਸਾਈਜ਼ ਦੇ ਪੇਪਰ ਦੇ ਲਈ, ਜੋ ਮੈਥ ਦਾ ਸਿਲੇਬਸ ਆਪਾਂ ਆਪਣੇ ਸਬਜੈਕਟ ਦੀ ਇਸ ਸੈਸ਼ਨ ਦੇ ਵਿੱਚ ਗੱਲ ਕਰਨੀ ਹੈ ਕਿ ਜੋ ਸਾਡਾ ਸਾਰਾ ਸਿਲੇਬਸ ਹੈ ਅਸੀਂ ਉਹਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ, ਕਿਹੜੀ ਚੀਜ਼ ਤੇ ਕਿੰਨਾ ਜ਼ੋਰ ਦੇਣਾ ਹੈ। ਤਾਂ ਆਉਣ ਵਾਲੇ ਦੋਨਾਂ ਇਮਤਿਹਾਨਾਂ ਦੇ ਲਈ ਆਪਾਂ ਪੁਰਾਣੇ ਸਮੇਂ ਦੇ ਵਿੱਚ ਜਿੰਨੇ ਸਾਡੇ PSSB ਨੇ ਜਾਂ PPSC ਨੇ ਜਾਂ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਜਿੰਨੇ ਇਮਤਿਹਾਨ ਹੋਏ ਨੇ ਉਹਨਾਂ ਦਾ ਥੋੜਾ ਜਿਹਾ ਐਨਾਲਿਸਿਸ ਕਰਕੇ ਅਗਲੇ ਸਮੇਂ ਦੇ ਐਗਜ਼ਾਮਸ ਦਾ ਥੋੜਾ ਜਿਹਾ ਇੱਕ ਆਈਡੀਆ ਲਗਾਵਾਂਗੇ, ਕੁਝ ਐਕਸਪੈਕਟੇਸ਼ਨਸ ਖੜੀਆਂ ਕਰਾਂਗੇ ਕਿ ਕਿਸ ਕਿਸਮ ਦੇ ਇਮਤਿਹਾਨ ਦੇ ਵਿੱਚ ਸਵਾਲ ਦੇਖੇ ਜਾ ਸਕਦੇ ਆ, ਕਿਸ ਲੈਵਲ ਦੇ ਸਵਾਲ ਦੇਖੇ ਜਾ ਸਕਦੇ ਆ। ਤਾਂ ਆਪਾਂ ਸਾਰੀ ਦੀ ਸਾਰੀ ਤਿਆਰੀ ਵੀ ਉਹਦੇ ਅਰਾਊਂਡ ਹੀ ਰੱਖਾਂਗੇ। ਤਾਂ ਇਸ ਸੈਸ਼ਨ ਦੇ ਵਿੱਚ ਮੈਂ ਪਹਿਲਾਂ ਤੁਹਾਡੇ ਨਾਲ ਬਰੀਫ ਇੱਕ ਜਾਣਕਾਰੀ ਸਾਂਝੀ ਕਰਦਾ ਕਿ ਜੋ ਤੁਹਾਡਾ ਸਿਲੇਬਸ PSSB ਵੱਲੋਂ ਜਾਰੀ ਕੀਤਾ ਗਿਆ ਹੈ। ਹਾਲਾਂਕਿ 2021 ਦੇ ਪਟਵਾਰੀ ਦੇ ਪੇਪਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਿਲੇਬਸ ਦੇ ਵਿੱਚ ਮੈਂਸੂਰੇਸ਼ਨ ਵੱਡੇ ਅੱਖਰਾਂ ਦੇ ਵਿੱਚ 2 ਲਾਈਨਾਂ ਦੇ ਵਿੱਚ ਮੈਂਸ਼ਨ ਕੀਤੀ ਗਈ ਸੀ ਕਿ ਮੈਂਸੂਰੇਸ਼ਨ ਦੇ ਜ਼ਿਆਦਾ ਸਵਾਲ ਆਉਣਗੇ। 2016 ਦੇ ਪਟਵਾਰੀ ਦੇ ਪੇਪਰ ਦੇ ਵਿੱਚ ਵੀ ਮੈਂਸੂਰੇਸ਼ਨ ਹੀ ਲਿਖੀ ਹੋਈ ਸੀ ਤੇ 15 ਦੇ 15 ਸਵਾਲ ਮੈਂਸੂਰੇਸ਼ਨ ਦੇ ਪਾਏ ਗਏ ਸੀ। ਇਸ ਵਾਰ ਜੋ ਸਿਲੇਬਸ PSSB ਵੱਲੋਂ ਸਾਡੇ ਅੱਗੇ ਰੱਖਿਆ ਗਿਆ ਉਹਦੇ ਵਿੱਚ ਐਕਸਾਈਜ਼ ਦਾ ਸਿਲੇਬਸ, ਵੀਡੀਓ ਦਾ ਸਿਲੇਬਸ, ਪਟਵਾਰੀ ਦਾ ਸਿਲੇਬਸ, ਹੋਰ ਇਮਤਿਹਾਨਾਂ ਦਾ ਸਿਲੇਬਸ, ਉਹ ਸਿਲੇਬਸ ਬਿਲਕੁਲ ਸੇਮ ਰੱਖਿਆ ਗਿਆ ਤੇ ਉਹਦੇ ਵਿੱਚ ਆਪਣਾ ਜੋ ਸਬਜੈਕਟ ਹੈ ਮੈਥ, ਉਹ ਸਾਰੇ ਦਾ ਸਾਰਾ ਸਿਲੇਬਸ ਤੁਹਾਡੇ ਸਾਹਮਣੇ ਹੈ। ਸਭ ਤੋਂ ਪਹਿਲਾਂ ਬੇਸਿਕ ਨੂਮੈਰੀਕਲ ਸਕਿੱਲਸ। ਬੱਚੇ ਬੇਸਿਕ ਨੂਮੈਰੀਕਲ ਸਕਿੱਲਸ ਤੋਂ ਜੇ ਆਮ ਭਾਸ਼ਾ ਦੇ ਵਿੱਚ ਸਮਝਣਾ, ਮੈਂ ਦੱਸ ਦਿੰਦਾ ਕਿ ਨੰਬਰਾਂ ਨੂੰ ਲੈ ਕੇ, ਕਿਉਂਕਿ ਮੈਥ ਦੇ ਵਿੱਚ ਸਾਰੀ ਦੀ ਸਾਰੀ ਖੇਡ ਨੰਬਰਾਂ ਦੀ ਹੈ, ਤਾਂ ਨੰਬਰਾਂ ਨੂੰ ਲੈ ਕੇ ਸਾਡੀ ਜਿਹੜੀ ਇੱਕ ਸਮਝ ਹੈ, ਨੰਬਰਾਂ ਨੂੰ ਲੈ ਕੇ ਜੋ ਸਾਡੀ ਅੰਡਰਸਟੈਂਡਿੰਗ ਹੈ, ਉਸ ਅੰਡਰਸਟੈਂਡਿੰਗ ਦੇ ਉੱਤੇ ਬੇਸਡ ਕੁਝ ਕੁਐਸਚਨਸ ਬਣਦੇ ਨੇ ਜਿਹਨੂੰ ਇਹ ਬੇਸਿਕ ਨੂਮੈਰੀਕਲ ਸਕਿੱਲਸ ਕਹਿੰਦੇ ਨੇ। ਇਹਦੇ ਵਿੱਚ ਸਾਡਾ LCM HCF ਵੀ ਆ ਜਾਂਦਾ ਹੈ, ਇਹਦੇ ਵਿੱਚ ਸਾਡੇ ਸਟੇਟਮੈਂਟ ਬੇਸਡ ਕੁਐਸਚਨਸ ਵੀ ਆ ਜਾਂਦੇ, ਫ੍ਰੈਕਸ਼ਨਸ ਵਾਲੇ ਕੁਐਸਚਨ ਵੀ ਆ ਜਾਂਦੇ, ਐਲਜੈਬਰਿਕ ਐਕਸਪ੍ਰੈਸ਼ਨ, ਰਿਮਾਈਂਡਰ ਥਿਓਰਮ, ਯੂਨਿਟ ਡਿਜਿਟ ਡਿਵੀਜ਼ਿਬਿਲਟੀ ਰੂਲ, ਇਹ तमाम ਟਾਈਪਸ ਨੇ ਜਿਹੜੇ ਸਾਡੇ ਨੰਬਰਾਂ ਦੇ ਉੱਤੇ ਕੇਸ ਬਣਦੇ ਨੇ, ਨੰਬਰਾਂ ਦੇ ਉੱਤੇ ਕੁਐਸਚਨਸ ਬਿਲਡ ਹੁੰਦੇ ਨੇ, ਉਹ ਸਾਡੇ ਸਾਰੇ ਦੇ ਸਾਰੇ ਨੂਮੈਰੀਕਲ ਸਕਿੱਲਸ ਦੇ ਵਿੱਚ ਆ ਜਾਂਦੇ ਨੇ। ਅੱਜ ਕੱਲ ਜੇ PSSB ਜਾਂ PPSC ਦੀ ਗੱਲ ਕਰੀਏ ਤਾਂ ਕੁਝ ਮਿਸਲੇਨੀਅਸ ਸਵਾਲ ਵੀ ਪੁੱਛੇ ਜਾਣ ਲੱਗੇ ਨੇ। ਮਤਲਬ ਕਿ ਸਾਡੀ ਨੰਬਰਾਂ ਦੇ ਉੱਤੇ ਜਿਹੜੀ ਸਮਝ ਬਣਦੀ ਹੈ ਉਹਦੇ ਵਿੱਚੋਂ ਕੁਝ ਇੰਟਰਸਟਿੰਗ ਟਾਈਪਸ ਨੇ ਜਿਹੜੇ ਅੱਜ ਕੱਲ ਦੇ ਇਮਤਿਹਾਨਾਂ ਦੇ ਵਿੱਚ PSSB ਨੇ ਜਾਂ PPSC ਨੇ ਪਾਉਣੇ ਸ਼ੁਰੂ ਕੀਤੇ ਨੇ। ਪਿਛਲੇ ਸਮੇਂ ਦੇ ਵਿੱਚ ਇਹ ਕਿੰਨੇ ਕੁਐਸਚਨ ਪਾਏ ਗਏ ਨੇ ਇਹਨਾਂ ਬਾਰੇ ਵੀ ਅੱਜ ਜਾਣਕਾਰੀ ਮੈਂ ਤੁਹਾਨੂੰ ਦੇ ਕੇ ਜਾਊਂਗਾ। ਪਰਸੈਂਟੇਜ, ਰੇਸ਼ੀਓ, ਨੰਬਰ ਸਿਸਟਮ, LCM HCF, ਇਹ ਬੱਚੇ ਤੁਹਾਡੇ ਸਾਰੇ ਟੌਪਿਕਸ ਨੇ। ਪਰਸੈਂਟੇਜ ਦੇ ਨਾਲ ਰੇਸ਼ੀਓ ਸਭ ਤੋਂ ਇੰਪੋਰਟੈਂਟ ਹੈ। ਨੰਬਰ ਸੀਰੀਜ਼, ਹਾਲਾਂਕਿ ਤੁਹਾਨੂੰ ਰੀਜ਼ਨਿੰਗ ਦੇ ਵਿੱਚ ਆਪਾਂ ਪੜ੍ਹਾਉਂਦੇ ਸੀ ਪਰ ਨੰਬਰ ਸੀਰੀਜ਼ ਆਪਣੀ ਮੈਥ ਦੇ ਵਿੱਚ ਮੈਂਸ਼ਨ ਹੁੰਦੀ ਹੈ। ਨੰਬਰ ਸੀਰੀਜ਼ ਦੇ ਵਿੱਚ ਮਿਸਿੰਗ ਟਰਮ ਵੀ ਪੁੱਛੀ ਜਾ ਸਕਦੀ ਹੈ, ਰੋਂਗ ਟਰਮ ਵੀ ਪੁੱਛੀ ਜਾ ਸਕਦੀ ਹੈ। ਐਵਰੇਜ, ਇਸ ਤੋਂ ਬਿਨਾਂ ਏਜਿਸ, ਪ੍ਰੋਫਿਟ ਲੋਸ, ਸਾਰੇ ਦਾ ਸਾਰਾ ਪਰਸੈਂਟੇਜ ਦੇ ਉੱਤੇ ਬੇਸਡ ਹੈ। ਏਜਿਸ ਤੇ ਪਾਰਟਨਰਸ਼ਿਪ ਤੁਹਾਡਾ ਸਾਰੇ ਦਾ ਸਾਰਾ ਰੇਸ਼ੀਓ ਦੇ ਉੱਤੇ ਬੇਸਡ ਹੈ। ਮਿਕਸਚਰ ਐਂਡ ਐਲੀਗੇਸ਼ਨ ਹੋ ਜਾਊਗਾ ਤੁਹਾਡਾ, ਸਿੰਪਲ ਤੇ ਕੰਪਾਊਂਡ ਇੰਟਰਸਟ ਦੋਵੇਂ ਤਰ੍ਹਾਂ ਦੇ ਇੰਟਰਸਟ ਹੋ ਜਾਣਗੇ। ਇਹ ਤੁਹਾਡਾ ਸਿਲੇਬਸ ਦਾ ਪਾਰਟ ਹੈ। ਟਾਈਮ ਐਂਡ ਵਰਕ ਲਿਖਿਆ ਹੋਇਆ, ਟਾਈਮ ਐਂਡ ਵਰਕ ਦੇ ਵਿੱਚ ਤੁਹਾਡਾ ਪਾਈਪਸ ਐਂਡ ਸਿਸਟਮ ਵੀ ਆ ਜਾਂਦਾ, ਚੇਨ ਰੂਲ ਵੀ ਆ ਜਾਂਦਾ, ਇਹ ਸਿਲੇਬਸ ਦਾ ਪਾਰਟ ਹੈ। ਟਾਈਮ ਸਪੀਡ ਡਿਸਟੈਂਸ ਲਿਖਿਆ ਹੋਇਆ, ਟਾਈਮ ਸਪੀਡ ਡਿਸਟੈਂਸ ਦੇ ਵਿੱਚ ਤੁਹਾਡੀ ਟ੍ਰੇਨਸ ਦੀ ਜਿਹੜੀ ਸਾਰੀ ਦੀ ਸਾਰੀ ਕਲਾਸ ਹੈ ਉਹ ਵੀ ਸਿਲੇਬਸ ਦਾ ਪਾਰਟ ਹੈ ਤੇ ਜੋ ਬੋਟਸ ਐਂਡ ਸਟਰੀਮਸ ਦੇ ਵਿੱਚ ਪੜ੍ਹਦੇ ਆ ਉਹ ਵੀ ਤੁਹਾਡੇ ਸਿਲੇਬਸ ਦਾ ਪਾਰਟ ਹੈ। ਉਹ ਟਾਈਮ ਸਪੀਡ ਡਿਸਟੈਂਸ ਦੇ ਸਬ ਪਾਰਟਸ ਨੇ।
ਅਖੀਰ ਤੇ ਮੈਂਸੂਰੇਸ਼ਨ ਲਿਖੀ ਹੋਈ ਹੈ। ਮੈਂਸੂਰੇਸ਼ਨ ਤੁਹਾਡੀ 2D ਅਤੇ 3D ਦੋਵੇਂ ਹੋਣਗੀਆਂ ਤੇ ਨਾਲ ਹੀ ਡਾਟਾ ਇੰਟਰਪ੍ਰੀਟੇਸ਼ਨ। ਹਾਲਾਂਕਿ PSSB ਦੇ ਇਮਤਿਹਾਨਾਂ ਦੇ ਵਿੱਚ DI ਉਸ ਪੱਧਰ ਦੀ ਜਾਂ ਉਨੀ ਜ਼ਿਆਦਾ ਨਹੀਂ ਪੁੱਛੀ ਜਾਂਦੀ, ਪਰ ਸਿਲੇਬਸ ਦੇ ਵਿੱਚ ਮੈਂਸ਼ਨ ਹੁੰਦੀ ਹੈ ਤੇ 2021 ਦੇ ਐਕਸਾਈਜ਼ ਦੇ ਪੇਪਰ ਦੇ ਵਿੱਚ DI ਦੇ ਕੁਝ ਕੁਐਸਚਨਸ ਬਣਾ ਕੇ ਪੁੱਛੇ ਗਏ ਸੀਗੇ। ਇਸ ਕਰਕੇ ਆਪਾਂ DI ਥੋੜੀ ਜਿਹੀ ਪੜਾਂਗੇ, ਇੰਨੇ ਚੰਗੇ ਤਰੀਕੇ ਨਾਲ ਪੜਾਂਗੇ ਕਿ ਆਪਾਂ ਜੇ ਇਮਤਿਹਾਨ ਦੇ ਵਿੱਚ 4 ਸਵਾਲ DI ਦੇ ਪੁੱਛੇ ਜਾਂਦੇ ਆ ਅਸੀਂ ਚੰਗੀ ਤਰ੍ਹਾਂ ਕਰ ਸਕੀਏ। ਤਾਂ ਬੱਚੇ ਸਿਲੇਬਸ ਮੋٹے ਰੂਪ ਦੇ ਵਿੱਚ ਸਾਰਾ ਉਹੀ ਹੈ ਜੋ ਆਪਾਂ ਪੇਡ ਬੈਚ ਦੇ ਵਿੱਚ ਪੜ੍ਹਦੇ ਆ। ਜੇ ਤੁਸੀਂ ਕਿਸੇ ਵੀ ਫਲਾਣੀ ਥਾਂ ਤੋਂ ਪੇਡ ਬੈਚ ਦੇ ਵਿੱਚ ਫੁੱਲ ਸਿਲੇਬਸ ਮੈਥ ਦਾ ਕਰਕੇ ਆਏ ਹੋ ਤਾਂ ਜੋ ਤੁਸੀਂ ਪੜ੍ਹਿਆ ਮੈਂ ਉਮੀਦ ਕਰਦਾ ਕਿ ਉਹ ਸਾਰੇ ਦਾ ਸਾਰਾ ਇਹਦੇ ਆਲੇ ਦੁਆਲੇ ਹੀ ਹੋਣਾ, ਇਹੀ ਸਾਰਾ ਕੁਝ ਤੁਸੀਂ ਪੜ੍ਹਿਆ ਹੋਣਾ। ਤਾਂ ਸਾਡੇ ਪੰਜਾਬ ਦੇ ਜਿੰਨੇ ਵੀ ਇਮਤਿਹਾਨ ਹੁੰਦੇ ਨੇ ਮੈਥ ਦਾ ਸਿਲੇਬਸ ਲਗਭਗ ਸਾਰੇ ਇਮਤਿਹਾਨਾਂ ਦੇ ਵਿੱਚ ਸੇਮ ਹੈ। ਤੁਸੀਂ PSSB ਤੋਂ ਹਟ ਕੇ PPSC ਜਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਗੱਲ ਵੀ ਕਰ ਸਕਦੇ ਹੋ। ਮੈਥ ਦਾ ਸਿਲੇਬਸ ਮੋٹے ਰੂਪ ਦੇ ਵਿੱਚ ਇਹੀ ਰਹਿਣਾ। ਲੈਵਲ 19-21 ਦੇ ਫਰਕ ਤੇ ਹੋ ਜਾਂਦਾ ਹੈ, ਉਹ ਲੈਵਲ ਵੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ ਕਿ ਉਹ 19-21 19 ਕਿੱਧਰ ਬਣਦਾ 21 ਕਿੱਧਰ ਬਣਦਾ। ਤਾਂ ਇਹ ਜਿਹੜਾ ਤੁਹਾਡਾ ਸਾਰੇ ਦਾ ਸਾਰਾ ਸਿਲੇਬਸ ਹੈ, ਇਸ ਸਿਲੇਬਸ ਦੇ ਵਿੱਚੋਂ ਸਾਡੇ ਪੰਜਾਬ ਦੇ ਕੁਝ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਖਾਸ ਕਰਕੇ ਪਿਛਲੇ 2-3 ਸਾਲਾਂ ਤੋਂ, ਕਿਉਂਕਿ ਜਿਹੜੇ ਵਿਦਿਆਰਥੀ ਅੱਜ ਨਿੱਠ ਕੇ ਤਿਆਰੀ ਕਰ ਰਹੇ ਨੇ ਇਹਨਾਂ ਇਮਤਿਹਾਨਾਂ ਦੀ ਉਹ ਪਿਛਲੇ 2 ਸਾਲਾਂ ਤੋਂ ਤਾਂ ਐਕਟਿਵਲੀ ਪੰਜਾਬ ਦੇ ਇਮਤਿਹਾਨਾਂ ਨੂੰ ਦੇਖ ਹੀ ਰਹੇ ਹੋਣਗੇ। ਤਾਂ ਉਹਨਾਂ ਇਮਤਿਹਾਨਾਂ ਦੇ ਵਿੱਚ ਇਸ ਸਾਰੇ ਸਿਲੇਬਸ ਦੇ ਵਿੱਚੋਂ ਮੈਥ ਦੀ, ਮੈਂ ਇਕੱਲੇ ਮੈਥ ਦੇ ਸੈਕਸ਼ਨ ਦੀ ਗੱਲ ਕਰ ਰਿਹਾ, ਇਸ ਸਾਰੇ ਸਿਲੇਬਸ ਦੇ ਵਿੱਚੋਂ ਕਿਹੜੇ ਇਮਤਿਹਾਨ ਦੇ ਵਿੱਚ ਕਿੰਨੇ ਸਵਾਲ ਕਿੱਥੋਂ ਪਾਏ ਗਏ ਨੇ ਉਹਦਾ ਥੋੜਾ ਜਿਹਾ ਐਨਾਲਿਸਿਸ ਕਰਾਂਗੇ। ਤਾਂ ਸਾਡਾ ਅਗਲੇ ਸਮੇਂ ਦੇ ਵਿੱਚ ਜੋ ਮਹੀਨੇ ਬਾਅਦ ਪਟਵਾਰੀ ਜਾਂ ਐਕਸਾਈਜ਼ ਦਾ ਪੇਪਰ ਹੋ ਰਿਹਾ ਉੱਥੇ ਥੋੜਾ ਜਿਹਾ ਚੰਗਾ ਅੰਦਾਜ਼ਾ ਲੱਗ ਸਕਦਾ ਹੈ। ਬੱਚੇ ਇਹਦੇ ਵਿੱਚ ਮੋਸਟ ਇੰਪੋਰਟੈਂਟ ਸਾਡੇ ਪਟਵਾਰੀ ਦੇ ਜਿਹੜੇ 2 ਇਮਤਿਹਾਨ ਹੋਏ ਸੀ 2021 ਦੇ ਵਿੱਚ 8 ਅਗਸਤ ਨੂੰ ਸਾਡਾ ਪਟਵਾਰੀ ਦਾ ਪ੍ਰੀਲਿਮਸ ਹੋਇਆ ਸੀ ਤੇ 5 ਸਤੰਬਰ ਨੂੰ ਸਾਡਾ ਮਹੀਨੇ ਬਾਅਦ ਪਟਵਾਰੀ ਦਾ ਮੇਨਸ ਹੋਇਆ ਸੀਗਾ ਤੇ ਨਾਲ ਹੀ 1 ਮਹੀਨੇ ਬਾਅਦ 3 ਅਕਤੂਬਰ ਨੂੰ ਸਾਡਾ ਐਕਸਾਈਜ਼ ਇੰਸਪੈਕਟਰ ਦਾ ਇਮਤਿਹਾਨ ਸੀਗਾ। ਉਸ ਤੋਂ ਵਿੱਚ ਹਾਲਾਂਕਿ ਅਗਸਤ ਦੇ ਵਿੱਚ ਕੋਆਪਰੇਟਿਵ ਬੈਂਕ ਦੇ ਕਲਰਕ ਅਤੇ ਮੈਨੇਜਰ ਦੇ ਐਗਜ਼ਾਮਸ ਵੀ ਹੋਏ ਸੀ। 2021 ਦਾ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ ਜਿਹੜਾ ਕੈਂਸਲ ਹੋ ਗਿਆ ਸੀ ਤੇ 2022 ਚ ਦੁਬਾਰਾ ਹੋਇਆ ਉਹ ਇਮਤਿਹਾਨ, ਤੇ ਪਿਛਲੇ ਸਾਲ ਦਾ ਨੈਬ ਤਹਿਸੀਲਦਾਰ ਦਾ ਪੇਪਰ ਜਿਹੜਾ ਕਿ ਲਗਭਗ ਪੰਜਾਬ ਦੇ ਵਿਦਿਆਰਥੀਆਂ ਨੂੰ ਔਖਾ ਲੱਗਿਆ ਸੀ। ਇੰਨਾ ਕੁਝ 6-7 ਇਮਤਿਹਾਨਾਂ ਦਾ ਆਪਾਂ ਥੋੜਾ ਜਿਹਾ ਐਨਾਲਿਸਿਸ ਕਰਦੇ ਹਾਂ। ਸਿਲੇਬਸ ਤੁਹਾਡੇ ਸਾਹਮਣੇ ਹੈ। ਮੈਂ ਨੰਬਰ ਸਿਸਟਮ ਦੇ ਵਿੱਚ ਤੁਹਾਨੂੰ ਕੱਲੀ ਚੀਜ਼ੋਂ ਇਨਕਲੂਡ ਕਰਵਾਈ ਹੈ ਕਿ LCM HCF ਡਿਵੀਜ਼ਿਬਿਲਟੀ ਰੂਲ, ਯੂਨਿਟ ਡਿਜਿਟ ਰਿਮਾਈਂਡਰ ਥਿਓਰਮ, ਇਹਨਾਂ ਦੇ ਉੱਤੇ ਜਿਹੜੇ ਤੁਹਾਡੇ ਸਵਾਲ ਬਣਦੇ ਨੇਗੇ। ਇਹਦੇ ਵਿੱਚ ਕੁਝ ਸਟੇਟਮੈਂਟ ਬੇਸਡ ਕੁਐਸਚਨਸ ਆ ਜਾਂਦੇ ਨੇ, ਕੁਝ ਫ੍ਰੈਕਸ਼ਨਸ ਦੇ ਉੱਤੇ ਆਧਾਰਿਤ ਕੁਐਸਚਨ ਆ ਜਾਂਦੇ ਨੇ, ਜਾਂ ਜਿਹੜੇ ਮੈਂ ਮਿਸਲੇਨੀਅਸ ਕੁਐਸਚਨਸ ਕਹਿ ਰਿਹਾ ਕਿ ਅੱਜ ਕੱਲ੍ਹ ਪਾਉਣੇ ਸ਼ੁਰੂ ਕੀਤੇ ਨੇ 1-1 2-2 ਕੁਐਸਚਨ ਹਰ ਇੱਕ ਪੇਪਰ ਦੇ ਵਿੱਚ ਦੇਖਦੇ ਆ। ਤਾਂ ਉਹ ਸਵਾਲ ਨੇ ਜਿਹੜੇ ਉਹ ਸਾਡੇ ਪਟਵਾਰੀ ਦੇ ਪੇਪਰ ਦੇ ਵਿੱਚ 5 ਤੋਂ 6 ਆਏ ਨੇ ਤੇ ਐਕਸਾਈਜ਼ ਦੇ ਪੇਪਰ ਦੇ ਵਿੱਚ 7 ਆਏ ਨੇ। ਯਾਨੀ ਕਿ ਜੇ ਤੁਹਾਡੇ 20 ਤੋਂ 22 ਸਵਾਲ ਆ ਰਹੇ ਨੇ, 20 ਦੇ ਕਰੀਬ ਸਵਾਲ ਕਿਸੇ ਪੇਪਰ ਦੇ ਵਿੱਚ ਮੈਥ ਦੇ ਪੁੱਛੇ ਜਾ ਰਹੇ ਨੇ, ਤਾਂ ਚੌਥਾ ਹਿੱਸਾ 5 ਜਾਂ 6 ਦੇ ਕਰੀਬ ਸਵਾਲ ਤੁਹਾਡੇ ਸਿਰਫ ਨੰਬਰ ਸਿਸਟਮ ਦੇ ਵਿੱਚੋਂ, ਜਿਹਦੇ ਵਿੱਚ ਮੈਂ ਵੱਖੋ ਵੱਖਰੇ ਟਾਈਪਸ ਤੁਹਾਡੇ ਜਿਹੜੇ ਕਵਰ ਕਰਵਾ ਰਿਹਾ ਹਾਂਗਾ ਉਹਦੇ ਵਿੱਚੋਂ ਹੀ ਪੁੱਛੇ ਜਾਣਗੇ। ਕੋਆਪਰੇਟਿਵ ਬੈਂਕ ਦੇ ਪੇਪਰ ਦੇ ਵਿੱਚ ਵੀ 4 ਤੋਂ 6 ਆ ਰਹੇ ਨੇ, ਜਾਨੀ ਕਿ 5 ਦੇ ਕਰੀਬ, 5 ਤੋਂ 1 ਘੱਟ ਜਾਂ 1 ਵੱਧ, 5 ਦੇ ਆਲੇ ਦੁਆਲੇ ਕੁਝ ਸਵਾਲ ਤੁਹਾਨੂੰ ਹਰ ਪੇਪਰ ਦੇ ਵਿੱਚ PSSB ਦੇ ਇਮਤਿਹਾਨਾਂ ਦੀ ਗੱਲ ਹੋ ਰਹੀ ਹੈ, ਹਰ ਪੇਪਰ ਦੇ ਵਿੱਚ 4 ਤੋਂ 5 ਸਵਾਲ ਇਹਦੇ ਦੇਖੇ ਹੀ ਜਾਣਗੇ। ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਮੈਥ ਦੇ ਸਵਾਲਾਂ ਦੀ ਵੇਟੇਜ ਜ਼ਿਆਦਾ ਸੀ, ਇਸ ਕਰਕੇ ਥੋੜੇ ਵੱਧ ਸਵਾਲ ਦੇਖੇ ਗਏ। ਤੇ ਨੈਬ ਦੇ ਪੇਪਰ ਦੇ ਵਿੱਚ ਵੀ 26 ਕੁੱਲ ਸਵਾਲ ਆਏ ਸੀਗੇ DI ਮਿਲਾ ਕੇ, ਤਾਂ 26 ਚੋਂ 7 ਸਵਾਲ ਤੁਹਾਡੇ ਸਿਰਫ ਨੰਬਰ ਸਿਸਟਮ ਦੇ ਉੱਤੇ ਬੇਸਡ ਸੀਗੇ। ਤਾਂ ਨੰਬਰ ਸਿਸਟਮ ਜਿਹਦੇ ਵਿੱਚ ਇਹ तमाम ਟਾਈਪਸ ਜਿਹੜੇ ਮੈਂ ਮੈਂਸ਼ਨ ਕਰ ਰਿਹਾ ਕਵਰ ਕਰਨੇ ਪੈਣਗੇ ਸਾਨੂੰ, ਤੇ ਮੈਂ ਇਸ ਕ੍ਰੈਸ਼ ਕੋਰਸ ਦੇ ਵਿੱਚ ਕੱਲਾ ਟਾਈਪ ਕਵਰ ਕਰਵਾਉਂਗਾ। ਤਾਂ ਇਹ ਇੰਨੀ ਕੁ ਇੰਪੋਰਟੈਂਸ ਰੱਖਦਾ ਕਿ ਸਾਡੇ 5 ਤੋਂ 6 ਸਵਾਲ ਘੱਟੋ ਘੱਟ ਉਮੀਦ ਹੈ ਕਿ ਦੇਖੇ ਹੀ ਜਾਣਗੇ। ਇਸ ਤੋਂ ਬਾਅਦ ਬੱਚੇ ਜਿਹੜੇ ਤੁਹਾਡੇ 2 ਇੰਪੋਰਟੈਂਟ ਚੈਪਟਰਸ ਨੇ, ਪਰਸੈਂਟੇਜ ਤੇ ਰੇਸ਼ੀਓ। ਪਰਸੈਂਟੇਜ ਤੇ ਰੇਸ਼ੀਓ ਜੇ ਪਟਵਾਰੀ ਦੀ ਗੱਲ ਕਰੀਏ ਤਾਂ 2-2 ਸਵਾਲ ਪਰਸੈਂਟੇਜ ਦੇ ਵਿੱਚੋਂ ਆ ਰਹੇ ਨੇ, ਪਰ ਰੇਸ਼ੀਓ ਦੇ 4 ਸਵਾਲ ਆ ਗਏ। ਕਿਸੇ ਇੱਕ ਚੈਪਟਰ ਚੋਂ 4 ਸਵਾਲ ਆਉਣੇ ਬੱਚੇ ਵੱਡੀ ਗੱਲ ਹੁੰਦੀ ਹੈ। ਤਾਂ ਪਟਵਾਰੀ ਦੇ ਮੇਨਸ ਦੇ ਪੇਪਰ ਦੇ ਵਿੱਚ ਤੁਹਾਡੇ ਰੇਸ਼ੀਓ ਦੇ 4 ਸਵਾਲ ਸੀ, ਪਰ ਜੇ ਐਕਸਾਈਜ਼ ਦੀ ਗੱਲ ਕਰੀਏ ਤਾਂ ਐਕਸਾਈਜ਼ ਦੇ ਵਿੱਚ ਨਾ ਪਰਸੈਂਟੇਜ ਦਾ ਕੋਈ ਸਵਾਲ ਆਇਆ ਨਾ ਰੇਸ਼ੀਓ ਦਾ ਆਇਆ। ਪਰਸੈਂਟੇਜ ਜਾਂ ਰੇਸ਼ੀਓ 'ਚੋਂ ਕੋਈ ਸਵਾਲ ਆਉਣਾ ਨਾ ਆਉਣਾ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਉਸ ਤੋਂ ਬਾਅਦ ਜੋ ਤੁਹਾਡਾ ਸਾਰੇ ਦਾ ਸਾਰਾ ਸਿਲੇਬਸ ਹੈ ਉਹ ਤੁਹਾਡਾ ਪਰਸੈਂਟ ਰੇਸ਼ੀਓ ਦੇ ਉੱਤੇ ਬੇਸਡ ਹੈ। ਸੋ ਇਸ ਕਰਕੇ ਪਰਸੈਂਟ ਜਾਂ ਰੇਸ਼ੀਓ ਦੇ ਉੱਤੋਂ ਡਾਇਰੈਕਟ ਕੁਐਸਚਨ ਪੁੱਛਣ ਦੀ ਜਗ੍ਹਾ ਜੇ ਕਿਸੇ ਚੈਪਟਰ 'ਚੋਂ ਵੀ ਪੁੱਛਿਆ ਜਾ ਰਿਹਾ ਉਹ ਇੱਕੋ ਹੀ ਗੱਲ ਹੈ, ਤਾਂ ਪਰਸੈਂਟੇਜ ਰੇਸ਼ੀਓ ਸਾਡਾ ਇੰਪੋਰਟੈਂਟ ਹੀ ਰਹਿਣ ਵਾਲਾ ਹੈਗਾ। ਇਸ ਤੋਂ ਬਾਅਦ ਬਾਕੀ ਇਮਤਿਹਾਨਾਂ ਦੇ ਵਿੱਚ ਕੋਆਪਰੇਟਿਵ ਬੈਂਕ ਦੇ ਪੇਪਰ ਵੀ ਬੱਚੇ ਕਲਰਕ ਤੇ ਮੈਨੇਜਰ ਦੋਨੇ PSSB ਨੇ ਕੰਡਕਟ ਕੀਤੇ ਨੇ, ਤਾਂ ਉਹਨਾਂ ਦੇ ਵਿੱਚ ਏਜਿਸ ਦੇ ਆਪਣੇ ਪਰਸੈਂਟੇਜ ਦੇ ਤਾਂ 3 ਸਵਾਲ ਪੁੱਛੇ ਗਏ ਨੇ, ਪਰ ਰੇਸ਼ੀਓ ਦਾ ਕੋਈ ਸਵਾਲ ਨਹੀਂ ਪੁੱਛਿਆ ਗਿਆ। ਏਜਿਸ ਦੀ ਗੱਲ ਕਰੀਏ ਬੱਚੇ, ਏਜਿਸ ਆਪਣਾ ਛੋਟਾ ਜਿਹਾ ਚੈਪਟਰ ਹੈ,
ਮਤਲਬ 3 ਘੰਟੇ ਦੇ ਵਿੱਚ ਆਪਾਂ 2.5 ਘੰਟੇ ਦੇ ਵਿੱਚ ਸਾਰਾ ਚੈਪਟਰ ਕਰ ਲੈਂਦੇ ਤੇ ਜੇ ਆਪਾਂ ਇਹਦੀ ਰਿਵੀਜ਼ਨ ਕਰਨੀ ਹੈ, ਪ੍ਰੈਕਟਿਸ ਕਰਨੀ ਹੈ, ਜਿਵੇਂ ਮੈਂ ਕ੍ਰੈਸ਼ ਕੋਰਸ ਦੇ ਵਿੱਚ ਪੂਰੇ ਦੇ ਪੂਰੇ ਚੈਪਟਰ ਦੀ ਪ੍ਰੈਕਟਿਸ ਕਰਾਊਂਗਾ ਤਾਂ 1.5 ਪੌਣੇ 2 ਘੰਟੇ ਦੇ ਵਿੱਚ ਇਸ ਪੂਰੇ ਚੈਪਟਰ ਦੀ ਪ੍ਰੈਕਟਿਸ, ਜਿਹਦੇ ਵਿੱਚ ਕੁਝ ਟਿਪੀਕਲ ਸਵਾਲ, ਕੁਝ ਔਖੇ ਸਵਾਲ, ਜਿਹੋ ਜਿਹਾ ਸਵਾਲ ਤੁਹਾਡਾ ਇੱਥੇ ਨੈਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਵੀ ਆਇਆ ਸੀ, ਇਹਨਾਂ ਸਵਾਲਾਂ ਦੀ 1.5 ਪੌਣੇ 2 ਘੰਟੇ 'ਚ ਪ੍ਰੈਕਟਿਸ ਹੋ ਜਾਂਦੀ ਹੈ। ਪਰ ਹਰ ਇਮਤਿਹਾਨ ਦੇ ਵਿੱਚ ਤੁਸੀਂ ਦੇਖੋ ਘੱਟੋ ਘੱਟ ਇੱਕ ਸਵਾਲ ਏਜਿਸ ਦਾ ਲਗਭਗ ਹਰ ਪੇਪਰ ਦੇ ਵਿੱਚ ਆ ਰਿਹਾ ਹੈਗਾ। ਤਾਂ ਇਸ ਸਾਲ ਸਾਡੇ ਚਾਹੇ ਉਹ PPSC ਨੇ ਨੈਬ ਤਹਿਸੀਲਦਾਰ ਦਾ ਪੇਪਰ ਲੈਣਾ, ਸੀਨੀਅਰ ਅਸਿਸਟੈਂਟ ਦਾ ਪੇਪਰ ਦੁਬਾਰਾ ਲੈਣਾ, ਜਾਂ PSSB ਦੇ ਜੋ ਇਸ ਸਾਲ ਸਾਡੇ ਇਮਤਿਹਾਨ ਹੋਣੇ ਆ ਜੂਨ ਜੁਲਾਈ 'ਚ ਜਾ ਕੇ ਸਾਡੇ ਪੰਜਾਬ ਪੁਲਿਸ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਇਮਤਿਹਾਨ ਵੀ ਹੋਣੇ, ਤਾਂ ਲਗਭਗ ਹਰ ਐਗਜ਼ਾਮ 'ਚ ਅਸੀਂ ਇੱਕ ਸਵਾਲ ਏਜਿਸ ਦਾ ਦੇਖਾਂਗੇ। ਤਾਂ ਏਜਿਸ ਉਹਨੇ ਕਿ ਚੰਗੇ ਤਰੀਕੇ ਨਾਲ ਕਰ ਲੈਣਾ ਕਿ ਜੋ ਇੱਕ ਸਵਾਲ ਹੋਣਾ ਅਸੀਂ ਚੰਗੀ ਤਰ੍ਹਾਂ ਕਰ ਸਕੀਏ। ਪਾਰਟਨਰਸ਼ਿਪ ਬੱਚੇ ਸਾਡਾ ਚੈਪਟਰ ਇਹੋ ਜਿਹਾ ਜਿਹੜਾ ਸਾਰੇ ਦਾ ਸਾਰਾ ਰੇਸ਼ੀਓ ਦੇ ਉੱਤੇ ਨਿਰਭਰ ਚੈਪਟਰ ਹੈ, ਪਰ ਬੜੇ ਕਮਾਲ ਦੀ ਗੱਲ ਹੈ ਕਿ ਕਿਸੇ ਇਮਤਿਹਾਨ ਦੇ ਵਿੱਚ ਕੋਈ ਸਵਾਲ ਨਹੀਂ ਪੁੱਛਿਆ ਜਾ ਰਿਹਾ। ਇਹ ਮੈਂ ਪਿਛਲੇ ਹਫਤੇ ਵੀ YouTube ਤੇ ਇਹ ਗੱਲ ਬੋਲੀ ਸੀ ਕਿ ਪਾਰਟਨਰਸ਼ਿਪ ਅਸੀਂ ਜਦੋਂ ਪੇਡ ਬੈਚ ਕਵਰ ਕਰਦੇ ਆ, ਪੇਡ ਬੈਚ ਦੇ ਵਿੱਚ ਪਾਰਟਨਰਸ਼ਿਪ ਬੰਦੇ ਬਣ ਕੇ ਸਾਨੂੰ ਸਾਰੇ ਦਾ ਸਾਰਾ ਕਰਨਾ ਪੈਂਦਾ ਹੈਗਾ। ਕ੍ਰੈਸ਼ ਕੋਰਸ ਲਾਏ ਆ, ਕ੍ਰੈਸ਼ ਕੋਰਸ ਹੁਣ ਦੁਬਾਰਾ ਲਾ ਰਹੇ ਆ, ਤੇ ਇਹਦੇ ਵਿੱਚ ਵੀ ਪਾਰਟਨਰਸ਼ਿਪ ਚੈਪਟਰ ਆਪਾਂ ਚੰਗੇ ਤਰੀਕੇ ਨਾਲ ਇਸ ਤਰ੍ਹਾਂ ਕਵਰ ਕਰਾਂਗੇ ਕਿ ਭਾਈ ਜੇ ਇੱਕ ਸਵਾਲ ਆ ਗਿਆ ਤਾਂ ਅਸੀਂ ਘੱਟੋ ਘੱਟ ਕਰ ਸਕੀਏ। ਪਰ ਫੈਕਟ ਇਹ ਹੈ, ਤੱਥ ਇਹ ਹੈ ਕਿ ਪਿਛਲੇ ਸਮੇਂ 'ਚ ਕਿਸੇ ਇਮਤਿਹਾਨ 'ਚ ਪਾਰਟਨਰਸ਼ਿਪ ਦਾ ਕੋਈ ਸਵਾਲ ਨਹੀਂ ਆਇਆ। ਇਹ ਸੈਸ਼ਨ ਜਿਹੜਾ ਮੈਂ ਹੁਣ ਬੋਲ ਕੇ ਦੱਸ ਰਿਹਾ ਤੁਹਾਨੂੰ, ਇਹ ਸੈਸ਼ਨ ਉਹਨਾਂ ਵਿਦਿਆਰਥੀਆਂ ਲਈ ਵੀ ਇੰਪੋਰਟੈਂਟ ਹੈ ਜਿਹੜੇ ਸੈਲਫ ਸਟੱਡੀ ਦੇ ਸਿਰ ਤੇ ਹੀ ਪੇਪਰ ਕੱਢਣਾ ਚਾਹੁੰਦੇ ਨੇ। ਸੈਲਫ ਸਟੱਡੀ ਵਾਲੇ ਵਿਦਿਆਰਥੀਆਂ ਨੂੰ ਕੁਝ ਚੀਜ਼ਾਂ ਦਾ ਅੰਦਾਜ਼ਾ ਹੋ ਜਾਊਗਾ ਕਿ ਕਿਹੜੀ ਚੀਜ਼ ਤੇ ਘੱਟ ਜ਼ੋਰ ਦੇ ਕੇ ਸਰ ਸਕਦਾ ਹੈਗਾ। ਮੈਂ ਕ੍ਰੈਸ਼ ਕੋਰਸ ਦੇ ਵਿੱਚ ਬੀਇੰਗ ਅ ਟੀਚਰ ਮੇਰੀ ਜ਼ਿੰਮੇਵਾਰੀ ਰਹੂਗੀ ਕਿ ਮੈਂ ਕੱਲੀ ਚੀਜ਼ ਕਵਰ ਕਰਵਾਉਣੀ ਹੈ, ਕਿਉਂਕਿ ਇਹੋ ਜਿਹਾ ਕੋਈ ਖਾਸ ਆਈਡੀਆ ਨਹੀਂ ਲੱਗ ਰਿਹਾ ਕਿ ਪਾਰਟਨਰਸ਼ਿਪ ਦੇ ਵਿੱਚੋਂ ਕਦੇ ਸਵਾਲ ਨਹੀਂ ਆਉਣਾ, ਕਿਉਂਕਿ ਸਿਲੇਬਸ ਦੇ ਵਿੱਚ ਚੈਪਟਰ ਮੈਂਸ਼ਨ ਹੈ, ਇਸ ਕਰਕੇ ਉਹ ਕਦੇ ਵੀ ਪੁੱਛਿਆ ਜਾ ਸਕਦਾ। ਇਸ ਕਰਕੇ ਆਪਾਂ ਉਹਦੀ ਤਿਆਰੀ, ਮੇਰੀ ਜ਼ਿੰਮੇਵਾਰੀ ਹੈ ਕਿ ਕਰਨੀ ਹੀ ਕਰਨੀ ਹੈ। ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਬੱਚੇ ਤੁਹਾਡੇ ਦੋਵੇਂ ਤਰ੍ਹਾਂ ਦੇ ਜਿਹੜੇ ਇੰਟਰਸਟ ਨੇ ਥੋੜੇ ਜ਼ਿਆਦਾ ਇੰਪੋਰਟੈਂਟ ਰਹਿੰਦੇ ਨੇ। ਪੰਜਾਬ ਦੇ ਪੇਪਰਾਂ ਦੇ ਵਿੱਚ ਜੇ ਇਕੱਲੇ ਪਟਵਾਰੀ ਦੀ ਗੱਲ ਕਰੀਏ 2021 ਦੀ, ਤਾਂ 4 ਸਵਾਲ ਹੀ ਤੁਹਾਡੇ ਪ੍ਰੀਲਿਮਸ ਦੇ ਵਿੱਚ ਸੀ, 4 ਸਵਾਲ ਹੀ ਤੁਹਾਡੇ ਮੇਨਸ ਦੇ ਵਿੱਚ ਸੀ। ਤੇ ਇਹਨਾਂ 4 ਸਵਾਲਾਂ ਦਾ ਮਤਲਬ ਹੈ ਕਿ 2 ਕੁ ਸਵਾਲ ਤੁਹਾਡੇ ਸਿੰਪਲ ਇੰਟਰਸਟ 'ਚੋਂ ਹੋਣਗੇ, 2 ਕੁ ਕੰਪਾਊਂਡ ਇੰਟਰਸਟ ਦੇ ਵਿੱਚੋਂ ਹੋਣਗੇ। ਆਮ ਤੌਰ ਤੇ ਕੰਪਾਊਂਡ ਇੰਟਰਸਟ ਦੇ ਜ਼ਿਆਦਾ ਸਵਾਲ ਹੁੰਦੇ ਆ PSSB ਦੇ ਇਮਤਿਹਾਨਾਂ ਦੇ ਵਿੱਚ, ਤਾਂ 4 ਸਵਾਲ ਸਿੰਪਲ ਤੇ ਕੰਪਾਊਂਡ ਇੰਟਰਸਟ ਦੇ। ਐਕਸਾਈਜ਼ ਦੇ ਵਿੱਚ ਵੀ 2 ਸਵਾਲ ਪੁੱਛੇ ਗਏ ਸੀਗੇ। ਉਸ ਤੋਂ ਬਾਅਦ ਕੋਆਪਰੇਟਿਵ ਬੈਂਕ ਦੇ ਦੋਨਾਂ ਪੇਪਰਾਂ 'ਚ ਨਹੀਂ ਸੀ ਪੁੱਛੇ ਗਏ। ਪੰਜਾਬ ਪੁਲਿਸ ਦੇ ਵਿੱਚ 3 ਸਵਾਲ ਤੇ ਆਪਣਾ ਜਿਹੜਾ ਨੈਬ ਤਹਿਸੀਲਦਾਰ ਦਾ ਪੇਪਰ, ਜਿਹੜਾ ਪੇਪਰ ਔਖਾ ਮੰਨਿਆ ਗਿਆ ਸੀ ਪਿਛਲੇ ਸਾਲ, ਉਹਦੇ ਵਿੱਚ ਸਿੰਪਲ ਇੰਟਰਸਟ ਦਾ 1 ਸਵਾਲ ਆਇਆ ਸੀ ਤੇ ਬਹੁਤ ਸੌਖਾ ਸਵਾਲ ਸੀਗਾ, ਬੜੇ ਆਰਾਮ ਨਾਲ ਕਰਨਯੋਗ ਸਵਾਲ ਸੀਗਾ। ਸਿੰਪਲ ਇੰਟਰਸਟ ਤੋਂ ਬਾਅਦ ਬੱਚੇ ਤੁਹਾਡਾ ਟਾਈਮ ਐਂਡ ਵਰਕ ਜਿਹਦੇ ਵਿੱਚ ਤੁਹਾਡਾ ਚੇਨ ਰੂਲ ਅਲੱਗ ਤੋਂ ਪੜਾਇਆ ਜਾਂਦਾ ਹੈ ਤੇ ਨਾਲ ਹੀ ਪਾਈਪਸ ਐਂਡ ਸਿਸਟਮ। ਤਾਂ ਟਾਈਮ ਐਂਡ ਵਰਕ, ਚੇਨ ਰੂਲ ਤੇ ਪਾਈਪਸ ਐਂਡ ਸਿਸਟਮ ਦਾ ਜਿਹੜਾ ਪੂਰਾ ਥੱਬਾ ਤਿਆਰ ਹੋ ਜਾਂਦਾ ਹੈ। ਇਹਦੇ ਵਿੱਚੋਂ 2-2 ਸਵਾਲ ਪਟਵਾਰੀ ਦੇ ਪ੍ਰੀਲਿਮਸ ਤੇ ਮੇਨਸ। ਬਈ ਤੁਹਾਡੇ ਵਿੱਚੋਂ ਜਿਹੜੇ ਵਿਦਿਆਰਥੀਆਂ ਨੇ ਇਸ ਵਾਰ ਸਿਰਫ ਪਟਵਾਰੀ ਦਾ ਪੇਪਰ ਦੇਣਾ, ਐਕਸਾਈਜ਼ ਛੱਡੋ, ਜੇ ਇਕੱਲੇ ਪਟਵਾਰੀ ਦਾ ਪੇਪਰ ਦੇਣਾ ਤਾਂ ਪਟਵਾਰੀ ਦਾ ਪੇਪਰ ਦੇਣ ਲਈ ਆਹ 2 ਇਮਤਿਹਾਨ ਜਿਹੜੇ ਪਿਛਲੇ ਸਮੇਂ 'ਚ ਸਾਡੇ ਪਟਵਾਰੀ ਦੇ ਹੋਏ ਆ, ਇਹਨਾਂ ਤੋਂ ਹੀ ਮੋਟਾ ਅੰਦਾਜ਼ਾ ਲਾਇਆ ਜਾ ਸਕਦਾ ਹੈਗਾ ਕਿ ਕਿਹੜੇ ਚੈਪਟਰਸ ਨੇ ਜਿਹੜੇ ਤੁਸੀਂ ਕਿਸੇ ਵੀ ਕੀਮਤ ਤੇ ਛੱਡ ਨਹੀਂ ਸਕਦੇ। ਤਾਂ ਉਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬੱਚੇ ਪਰਸੈਂਟੇਜ ਤੇ ਰੇਸ਼ੀਓ ਬਹੁਤ ਇੰਪੋਰਟੈਂਟ ਹੈ, ਨੰਬਰ ਸਿਸਟਮ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸਿੰਪਲ ਕੰਪਾਊਂਡ ਇੰਟਰਸਟ ਅਸੀਂ ਕਿਸੇ ਕੀਮਤ ਤੇ ਨਹੀਂ ਛੱਡ ਸਕਦੇ। ਟਾਈਮ ਐਂਡ ਵਰਕ ਨਾਲ ਪਾਈਪ ਸਿਸਟਮ ਆ ਜਾਂਦਾ, ਚੇਨ ਰੂਲ ਆ ਜਾਂਦਾ, ਉਹ ਅਸੀਂ ਕਿਸੇ ਕੀਮਤ ਤੇ ਨਹੀਂ ਛੱਡ ਸਕਦੇ। ਐਵਰੇਜ ਦੇ ਵਿੱਚੋਂ ਪਟਵਾਰੀ 'ਚ ਕੋਈ ਸਵਾਲ ਨਹੀਂ ਪੁੱਛਿਆ ਗਿਆ, ਨਾ ਪ੍ਰੀ 'ਚ ਨਾ ਮੇਨਸ। ਮਿਕਸਚਰ ਐਲੀਗੇਸ਼ਨ ਪਟਵਾਰੀ 'ਚ ਕੋਈ ਸਵਾਲ ਨਹੀਂ ਪੁੱਛਿਆ ਗਿਆ, ਨਾ ਪ੍ਰੀ ਨਾ ਮੇਨਸ, ਤੇ ਨਾ ਹੀ ਐਕਸਾਈਜ਼ ਦੇ ਪੇਪਰ 'ਚ ਕੋਈ ਸਵਾਲ ਪੁੱਛਿਆ ਗਿਆ। ਤਾਂ ਐਵਰੇਜ ਤੇ ਮਿਕਸਚਰ ਐਲੀਗੇਸ਼ਨ ਇਹੋ ਜਿਹੇ ਚੈਪਟਰ ਨੇ ਕਿ PSSB ਘੱਟੋ ਘੱਟ ਇਹਨਾਂ ਨੂੰ ਸੀਰੀਅਸਲੀ ਪਿਛਲੇ 2 ਸਾਲਾਂ ਦੇ ਵਿੱਚ ਨਹੀਂ ਲੈ ਰਿਹਾ। ਪਰ ਜੇ ਆਪਾਂ PPSC ਦੀ ਗੱਲ ਕਰੀਏ ਤਾਂ ਉੱਥੇ ਵੀ ਨਹੀਂ ਪੁੱਛੇ ਗਏ। ਪਰ PSSB ਫੋਕਸਡ ਗੱਲ ਹੈ, ਪਟਵਾਰੀ ਜਾਂ ਐਕਸਾਈਜ਼ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਲਈ ਜ਼ਰੂਰੀ ਗੱਲ ਹੈ ਕਿ ਐਵਰੇਜ ਜਾਂ ਮਿਕਸਚਰ ਐਲੀਗੇਸ਼ਨ ਚੈਪਟਰ 'ਚੋਂ ਨਹੀਂ ਸਵਾਲ ਪੁੱਛਿਆ ਗਿਆ। ਪਰ ਜੇ ਟਾਈਮ ਸਪੀਡ ਡਿਸਟੈਂਸ ਦੀ ਗੱਲ ਕਰੀਏ, ਟਾਈਮ ਸਪੀਡ ਡਿਸਟੈਂਸ ਜਿਹਦੇ ਵਿੱਚ ਤੁਹਾਡਾ ਬੋਟਸ ਐਂਡ ਸਟਰੀਮਸ ਤੇ ਟ੍ਰੇਨਸ ਮੈਂ ਸ਼ੁਰੂ 'ਚ ਮੈਂਸ਼ਨ ਕੀਤਾ, ਉਹ ਵੀ ਆ ਜਾਂਦੇ ਨੇ। ਤਾਂ 4-4 ਸਵਾਲ ਬੱਚੇ ਤੁਹਾਡੇ ਇਸ ਚੈਪਟਰ ਦੇ ਵਿੱਚੋਂ ਨੇ। ਤੇ ਮੈਂ ਸ਼ੁਰੂ 'ਚ ਇੱਕ ਗੱਲ ਕਹੀ ਹੈ ਕਿ ਇੱਕ ਚੈਪਟਰ 'ਚੋਂ 4 ਸਵਾਲ ਆਉਣੇ ਬਹੁਤ ਵੱਡੀ ਗੱਲ ਹੈ। ਤਾਂ 4 ਸਵਾਲ ਤੁਹਾਡੇ ਪ੍ਰੀਲਿਮਸ ਦੇ ਵਿੱਚ ਵੀ ਪਾਏ ਗਏ ਨੇ, 4 ਹੀ ਸਵਾਲ ਤੁਹਾਡੇ ਮੇਨਸ ਦੇ ਵਿੱਚ ਵੀ ਪਾਏ ਗਏ ਨੇ, ਤੇ ਥੋੜੇ ਜਿਹੇ ਇੰਟਰਸਟਿੰਗ ਕੁਐਸਚਨ ਸੀਗੇ। ਇਹ ਨਹੀਂ ਸੀ ਹੈਗਾ ਕਿ ਜਵਾਕਾਂ ਦੇ ਕਰਨ ਵਾਲੇ ਸਵਾਲ ਸੀਗੇ ਕਿ ਸਵਾਲ ਪੜ੍ਹਿਆ ਤੇ ਨਾਲ ਦੀ ਨਾਲ ਹੋ ਗਿਆ। ਥੋੜੇ ਜਿਹੇ ਇੰਟਰਸਟਿੰਗ, ਥੋੜੇ ਜਿਹੇ ਟਿਪੀਕਲ ਕੁਐਸਚਨ ਸੀਗੇ, ਈਜ਼ੀ ਨਹੀਂ ਸੀ ਹੈਗੇ, ਮਤਲਬ ਥੋੜੇ ਮੋਡਰੇਟ ਕਿਸਮ ਦੇ ਸਵਾਲ ਸੀਗੇ। ਤੁਸੀਂ ਪੇਪਰ ਖੋਲ ਕੇ ਦੇਖ ਸਕਦੇ ਹੋ, ਮੈਂ ਅਗਲੇ ਦਿਨ 'ਚ ਸੋਲਵ ਵੀ ਕਰਵਾਉਂਗਾ। ਐਕਸਾਈਜ਼ ਦੇ ਪੇਪਰ ਦੇ ਵਿੱਚ 2 ਸਵਾਲ ਤੁਹਾਡੇ ਟਾਈਮ ਸਪੀਡ ਡਿਸਟੈਂਸ ਦੇ ਸੀਗੇ। ਪਰ ਜੇ ਆਪਾਂ PSSB ਦੇ ਬਾਕੀ ਇਮਤਿਹਾਨਾਂ ਦੀ ਗੱਲ ਕਰੀਏ ਤਾਂ ਉੱਥੇ ਵੀ 4 ਸਵਾਲ ਕਲਰਕ ਦੇ ਵਿੱਚ ਸੀ ਤੇ 1 ਸਵਾਲ ਤੁਹਾਡਾ ਕੋਆਪਰੇਟਿਵ ਬੈਂਕ ਦੇ ਮੈਨੇਜਰ ਦੇ ਪੇਪਰ ਦੇ ਵਿੱਚ ਵੀ ਸੀਗਾ। ਤਾਂ ਇਹ ਚੈਪਟਰ ਸਾਡਾ ਉਵੇਂ ਵੀ ਜ਼ਰੂਰੀ ਹੋ ਜਾਂਦਾ ਕਰਨਾ। ਜੇ ਪ੍ਰੋਫਿਟ ਲੋਸ ਦੀ ਗੱਲ ਕਰੀਏ, ਪ੍ਰੋਫਿਟ ਲੋਸ ਪੂਰੇ ਸਿਲੇਬਸ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ 2-3 ਇੰਪੋਰਟੈਂਟ ਚੈਪਟਰਸ ਦੇ ਵਿੱਚੋਂ ਇੱਕ ਚੈਪਟਰ ਗਿਣ ਦਾਂਗਾ
ਤੇ ਜੇ ਚੈਪਟਰਾਂ ਦੀ ਲੰਬਾਈ ਦੀ ਗੱਲ ਕਰੀਏ ਕਿ ਕਿਹੜੇ ਵੱਡੇ ਚੈਪਟਰ ਨੇ ਤਾਂ ਉਹਨਾਂ ਦੇ ਵਿੱਚ ਵੀ ਪ੍ਰੋਫਿਟ ਲੋਸ ਆ ਜਾਂਦਾ, ਟਾਈਮ ਸਪੀਡ ਡਿਸਟੈਂਸ ਆ ਜਾਂਦਾ, ਸਾਡੀ ਮੈਂਸੂਰੇਸ਼ਨ ਆ ਜਾਂਦੀ ਹੈ, ਪਰਸੈਂਟੇਜ ਆ ਜਾਂਦਾ। ਤਾਂ 4-5 ਚੈਪਟਰ ਨੇ ਜਿਹੜੇ ਥੋੜੇ ਜਿਹੇ ਲੰਬੇ ਨੇ, ਜਿਨ੍ਹਾਂ ਨੂੰ ਪੜ੍ਹਦਿਆਂ ਵੀ ਜ਼ਿਆਦਾ ਸਮਾਂ ਲੱਗਦਾ, ਤਾਂ ਪ੍ਰੋਫਿਟ ਲੋਸ ਉਹਨਾਂ ਦੇ ਵਿੱਚੋਂ ਇੱਕ ਹੈ। ਪ੍ਰੀਲਿਮਸ ਮੇਨਸ ਪਟਵਾਰੀ ਦੇ ਦੋਹਾਂ ਇਮਤਿਹਾਨਾਂ 'ਚ 2-2 ਕੁਐਸਚਨ ਤੇ ਐਕਸਾਈਜ਼ ਦੇ ਪੇਪਰ ਦੇ ਵਿੱਚ ਇੱਕ ਕੁਐਸਚਨ ਪਾਇਆ ਗਿਆ ਸੀ। ਤਾਂ PSSS ਵੀ ਜਦੋਂ ਵੀ ਪੇਪਰ ਸੈੱਟ ਕਰਦਾ ਹੈ ਤਾਂ ਇੰਨਾ ਕੁ ਅੰਦਾਜ਼ਾ ਲੱਗਦਾ ਕਿ ਪ੍ਰੋਫਿਟ ਲੋਸ ਦਾ ਵੀ 1 ਜਾਂ 2 ਸਵਾਲ ਤੁਸੀਂ ਦੇਖੋਗੇ। ਪਰ ਪ੍ਰੋਫਿਟ ਲੋਸ ਤੋਂ ਬਾਅਦ ਪਰਮਿਊਟੇਸ਼ਨ ਕੰਬੀਨੇਸ਼ਨ ਤੇ ਨਾਲ ਹੀ ਪ੍ਰੋਬੇਬਿਲਿਟੀ, ਇਹਦਾ ਨਾ ਪਟਵਾਰੀ ਦੇ ਪ੍ਰੀ 'ਚ ਕੋਈ ਸਵਾਲ ਸੀ, ਨਾ ਪਟਵਾਰੀ ਦੇ ਮੇਨਸ ਦੇ ਵਿੱਚ ਕੋਈ ਸਵਾਲ ਸੀ, ਨਾ ਹੀ ਤੁਹਾਡੇ ਪਿਛਲੇ 2021 ਦੇ ਐਕਸਾਈਜ਼ ਇੰਸਪੈਕਟਰ ਦੇ ਪੇਪਰ 'ਚ ਕੋਈ ਸਵਾਲ ਸੀ। ਤਾਂ ਇੱਕ ਮੋਟਾ ਜਿਹਾ ਅੰਦਾਜ਼ਾ ਤੁਹਾਨੂੰ ਮੈਂ ਉਮੀਦ ਕਰਦਾ ਕਿ ਲੱਗਦਾ ਹੋਊਗਾ ਕਿ ਕੁਝ ਚੈਪਟਰਸ ਇਹੋ ਜਿਹੇ ਨੇ ਜਿਹੜੇ ਨਾ ਤਾਂ ਫਿਰ ਪਟਵਾਰੀ ਦੇ ਪ੍ਰੀ 'ਚ ਪੁੱਛੇ ਗਏ, ਨਾ ਮੇਨਸ ਪੁੱਛੇ ਗਏ, ਨਾ ਹੀ ਐਕਸਾਈਜ਼ ਦੇ ਵਿੱਚ ਪੁੱਛੇ ਗਏ, ਤੇ ਕੁਝ ਚੈਪਟਰ ਇਹੋ ਜਿਹੇ ਨੇ ਜਿਹੜੇ ਪਟਵਾਰੀ ਦੇ ਪ੍ਰੀ ਅਤੇ ਮੇਨਸ ਦੋਨਾਂ ਦੇ ਵਿੱਚ 2-2 4-4 ਸਵਾਲ ਪੁੱਛੇ ਗਏ ਤੇ ਐਕਸਾਈਜ਼ ਦੇ ਵਿੱਚ ਵੀ ਫਿਰ 1-2 ਸਵਾਲ ਉਹਦੇ ਦੇਖੇ ਹੀ ਗਏ। ਤਾਂ ਇੱਥੋਂ ਹੀ ਕਾਫੀ ਵਿਦਿਆਰਥੀਆਂ ਨੂੰ ਇੱਕ ਆਈਡੀਆ ਲੱਗ ਜੂਗਾ ਕਿ ਅਸੀਂ ਕਿਹੜੇ ਚੈਪਟਰਸ ਤੇ ਫਿਰ ਕਿੰਨਾ ਕੁ ਜ਼ੋਰ ਦੇਣਾ। ਤਾਂ ਸਾਡਾ ਐਵਰੇਜ, ਮਿਕਸਚਰ, ਐਲੀਗੇਸ਼ਨ ਤੇ ਪਾਰਟਨਰਸ਼ਿਪ ਹੀ ਇਹੋ ਜਿਹੇ ਚੈਪਟਰ ਨੇ ਜਿਹੜੇ ਅਸੀਂ ਘੱਟ ਪੜ੍ਹ ਕੇ ਸਾਰ ਸਕਦੇ ਆਂਗੇ, ਪਰ ਬਾਕੀ ਸਾਡਾ ਲਗਭਗ ਇਹੋ ਜਿਹਾ ਸਿਲੇਬਸ ਹੈ ਜਿਹੜਾ ਆਲਮੋਸਟ ਕਵਰ ਕਰਨਾ ਹੀ ਪੈਣਾ। ਅਖੀਰ ਤੇ ਜੇ ਮੈਂਸੂਰੇਸ਼ਨ 2D ਅਤੇ 3D ਦੋਨਾਂ ਦੀ ਗੱਲ ਕਰੀਏ ਤਾਂ 2D 3D ਮੈਂਸੂਰੇਸ਼ਨ ਦੇ, ਕਿਉਂਕਿ ਪਟਵਾਰੀ ਦਾ ਪੇਪਰ ਸੀ ਤਾਂ 4-4 5-5 ਸਵਾਲ ਦੇਖੇ ਹੀ ਜਾਣੇ ਸੀਗੇ ਤੇ ਉਹੀ 4 ਸਵਾਲ 5 ਸਵਾਲ ਦੇਖੇ ਗਏ ਨੇ। ਇਸ ਵਾਰ ਵੀ ਜੋ ਪਟਵਾਰੀ ਦਾ ਪੇਪਰ ਹੋਣਾ ਹੈ, ਹਾਲਾਂਕਿ ਇਸ ਵਾਰ ਦੇ ਸਿਲੇਬਸ ਦੇ ਵਿੱਚ ਮੈਂਸੂਰੇਸ਼ਨ ਅਲੱਗ ਤੋਂ ਸਪੈਸ਼ਲ ਮੈਂਸ਼ਨ ਨਹੀਂ ਕੀਤੀ ਗਈ, ਸਿਰਫ ਸਿਲੇਬਸ ਦੇ ਵਿੱਚ ਲਿਖਿਆ ਗਿਆ, ਪਰ ਅਸੀਂ ਉਮੀਦ ਕਰਦੇ ਹਾਂ ਤੇ ਮੈਂ ਆਪਦੀ ਜ਼ਿੰਮੇਵਾਰੀ ਦੇ ਨਾਲ ਜਦੋਂ ਕ੍ਰੈਸ਼ ਕੋਰਸ ਦੇ ਵਿੱਚ ਅਸੀਂ ਮੈਂਸੂਰੇਸ਼ਨ ਪੜ੍ਹਨੀ ਹੋਈ ਥੋੜੀ ਜ਼ਿਆਦਾ ਚੰਗੀ ਤਰ੍ਹਾਂ ਪੜਾਂਗੇ। ਮੈਂ ਆ 3 ਮਹੀਨੇ ਪਹਿਲਾਂ ਜਿਹੜਾ ਪੇਡ ਬੈਚ ਪੂਰੇ ਦਾ ਪੂਰਾ ਕਰਾਇਆ ਸੀ, ਉਹਦੇ ਵਿੱਚ ਅਖੀਰ ਤੇ ਜਦੋਂ ਮੈਂਸੂਰੇਸ਼ਨ 2D ਤੇ 3D ਕਰਾਈ ਸੀ, ਕਿਉਂਕਿ ਉਸ ਬੈਚ ਦੇ ਵਿੱਚ ਮੇਜਰਲੀ ਉਹੀ ਵਿਦਿਆਰਥੀ ਸੀ ਜਿਨ੍ਹਾਂ ਨੇ ਐਕਸਾਈਜ਼, ਵੀਡੀਓ, ਪਟਵਾਰੀ ਜਾਂ ਨੈਬ ਦਾ ਪੇਪਰ ਜਾਂ PSSB ਤੇ PPSC ਦੇ ਹੋਰ ਇਮਤਿਹਾਨ ਦੇਣੇ ਸੀ, ਤਾਂ ਉੱਥੇ ਮੈਂ ਮੈਂਸੂਰੇਸ਼ਨ ਇੰਨੀ ਕੁ ਨਿੱਠ ਕੇ ਕਰਾਈ ਸੀ ਕਿ ਭਾਈ ਕੱਲ੍ਹ ਨੂੰ ਪਟਵਾਰੀ ਦਾ ਪੇਪਰ ਹੋਇਆ ਤੇ ਉਹਦੇ ਵਿੱਚ 4 ਸਵਾਲ ਜੇ ਮੈਂਸੂਰੇਸ਼ਨ ਦੇ ਜ਼ਿਆਦਾ ਵੀ ਪੁੱਛੇ ਗਏ ਤਾਂ ਸਾਡੇ ਕੀਤੇ ਹੋਏ ਚੋਂ ਪੁੱਛੇ ਜਾਣ। ਮੈਂ ਮੈਂਸੂਰੇਸ਼ਨ ਦਾ ਇੱਕ ਸਪੈਸ਼ਲ ਸੈਸ਼ਨ ਵੀ YouTube ਤੇ 10 ਕੁ ਦਿਨ ਪਹਿਲਾਂ ਪਾਇਆ ਸੀ, ਤੁਸੀਂ ਉਹਦੇ ਵਿੱਚ ਵੀ ਇਹ ਆਈਡੀਆ ਲਾ ਸਕਦੇ ਹੋਗੇ। ਡਾਟਾ ਇੰਟਰਪ੍ਰੀਟੇਸ਼ਨ ਬੱਚੇ PSSB ਵੀ ਨਹੀਂ ਪਾ ਰਿਹਾ, ਡਾਟਾ ਇੰਟਰਪ੍ਰੀਟੇਸ਼ਨ ਦੇ ਸਵਾਲ PSSB ਨੇ ਨਹੀਂ ਪਾਏ। ਹਾਲਾਂਕਿ ਕੋਆਪਰੇਟਿਵ ਬੈਂਕ ਦੇ ਪੇਪਰ ਦੇ ਵਿੱਚ 5 ਸਵਾਲ ਤੇ 2 ਸਵਾਲ, ਕਲਰਕ 'ਚ 5 ਤੇ ਮੈਨੇਜਰ 'ਚ 2 ਪਾਏ ਗਏ ਨੇ। ਪੰਜਾਬ ਪੁਲਿਸ ਦੇ ਵਿੱਚ DI ਅਲੱਗ ਤੋਂ ਮੈਂਸ਼ਨਸ ਸੀ, ਉਹ 18 ਸਵਾਲ ਹੋਣੇ ਹੀ ਸੀਗੇ। ਨੈਬ ਦੇ ਪੇਪਰ ਦੇ ਵਿੱਚ 7 ਸਵਾਲ, ਕਿਉਂਕਿ ਉੱਥੇ ਵੀ DI, PPSC ਕੋਈ ਵੀ ਪੇਪਰ ਸੈੱਟ ਕਰਦਾ DI ਪੁੱਛੀ ਜਾਂਦੀ, ਤਾਂ ਉੱਥੇ 7 ਸਵਾਲ ਪੁੱਛੇ ਹੀ ਗਏ ਸੀ ਤੇ 7 ਹੀ ਸਵਾਲ ਤੁਹਾਡੇ DI ਦੇ ਕੋਆਪਰੇਟਿਵ ਇੰਸਪੈਕਟਰ ਦਾ ਜੋ ਪੇਪਰ ਹੁਣੇ ਸਤੰਬਰ ਦੇ ਵਿੱਚ ਹੋਇਆ ਸੀ 6 ਮਹੀਨੇ ਪਹਿਲਾਂ, ਉਹਦੇ ਵਿੱਚ ਪੁੱਛੇ ਗਏ ਸੀ। ਤਾਂ ਮੋਟਾ ਜਿਹਾ ਇੱਕ ਤੁਹਾਡਾ PSSB ਦੇ ਇਮਤਿਹਾਨਾਂ ਦਾ ਅੰਦਾਜ਼ਾ ਲੱਗਦਾ ਹੈਗਾ ਕਿ ਕਿਹੜੇ ਚੈਪਟਰ ਨੂੰ ਅਸੀਂ ਬਿਲਕੁਲ ਹੀ ਨਹੀਂ ਛੱਡ ਸਕਦੇ, ਕਿਸੇ ਕੀਮਤ ਤੇ ਨਹੀਂ ਛੱਡ ਸਕਦੇ, ਤੇ ਕਿਹੜੇ ਚੈਪਟਰ ਜਿਹੜਾ ਅਸੀਂ ਉੱਤੋਂ ਨਿਗਾਹ ਜੀ ਮਾਰ ਕੇ ਸਾਰ ਸਕਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚੋਂ PSSB ਪਿਛਲੇ ਸਮੇਂ ਦੇ ਵਿੱਚ ਜ਼ਿਆਦਾ ਕੁਝ ਨਹੀਂ ਪੁੱਛ ਰਿਹਾ। ਤਾਂ ਇਸ ਕ੍ਰੈਸ਼ ਕੋਰਸ ਦੇ ਵਿੱਚ ਬੱਚੇ, ਕ੍ਰੈਸ਼ ਕੋਰਸ ਦੇ ਵਿੱਚ ਮੇਰਾ ਇਹ ਐਟੀਟਿਊਡ ਨਹੀਂ ਰਹੂਗਾ, ਇਹ ਮੈਂ ਸਿਰਫ ਸੈਲਫ ਸਟੱਡੀ ਵਾਲੇ ਬੱਚਿਆਂ ਨੂੰ ਦੱਸਿਆ ਕਿ ਤੁਸੀਂ ਸਾਰ ਸਕਦੇ ਹੋ ਜਾਂ ਇਹ ਤਾਂ ਕਰਨਾ ਹੀ ਪੈਣਾ। ਪਰ ਕ੍ਰੈਸ਼ ਕੋਰਸ ਦੇ ਵਿੱਚ ਜਦੋਂ ਇਹ ਸਾਰੇ ਦਾ ਸਾਰਾ ਸਿਲੇਬਸ ਮੈਂ ਤੁਹਾਨੂੰ ਕਰਾਉਣਾ ਹੈ, ਤਾਂ ਜਿਵੇਂ ਤੁਸੀਂ ਫੁੱਲ ਸਿਲੇਬਸ ਕਿਸੇ ਬੈਚ ਦੇ ਵਿੱਚ ਕੀਤਾ, ਬਿਲਕੁਲ ਉਸ ਜ਼ਿੰਮੇਵਾਰੀ ਦੇ ਨਾਲ ਕੱਲੀ ਚੀਜ਼ ਮੈਂ ਕ੍ਰੈਸ਼ ਕੋਰਸ ਦੇ ਵਿੱਚ ਤੁਹਾਨੂੰ ਕਵਰ ਕਰਵਾਉਂਗਾ। ਤਾਂ ਕ੍ਰੈਸ਼ ਕੋਰਸ ਦੇ ਵਿੱਚ ਜੋ ਤੁਹਾਡੇ ਸਾਰੇ ਦਾ ਸਾਰਾ ਸਿਲੇਬਸ PSSB ਵੱਲੋਂ ਜਾਰੀ ਕੀਤਾ ਗਿਆ, ਉਸ ਸਾਰੇ ਸਿਲੇਬਸ ਨੂੰ ਆਪਾਂ ਜਿਵੇਂ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੈ, ਤਾਂ ਉਹ ਸਿਲੇਬਸ ਕ੍ਰੈਸ਼ ਕੋਰਸ ਦੇ ਵਿੱਚ ਕਿਵੇਂ ਪੂਰਾ ਹੋਊਗਾ ਬੱਚੇ। ਸਭ ਤੋਂ ਪਹਿਲਾਂ ਤੁਹਾਡਾ ਸੈਸ਼ਨ ਮੈਂ ਨੰਬਰ ਸਿਸਟਮ ਦੇ ਕੁਐਸਚਨਸ ਦਾ ਲੈਣਾ। ਨੰਬਰ ਸਿਸਟਮ ਜਿਹਦੇ ਵਿੱਚ ਮੈਂ ਮੈਂਸ਼ਨ ਕੀਤਾ ਸੀ ਕਿ LCM HCF ਵੀ ਆਜੂ, ਡਿਵੀਜ਼ਿਬਿਲਟੀ ਰੂਲ ਆਜੂ, ਐਲਜੈਬਰਿਕ ਐਕਸਪ੍ਰੈਸ਼ਨ ਪੰਜਾਬ ਦੇ ਇਮਤਿਹਾਨਾਂ ਦੇ ਵਿੱਚ ਨਹੀਂ ਸੀ ਪੁੱਛਿਆ ਜਾਂਦਾ। ਪਹਿਲੀ ਵਾਰ ਜੋ ਸਾਡਾ ਪਟਵਾਰੀ 2021 ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਐਲਜੈਬਰਿਕ ਐਕਸਪ੍ਰੈਸ਼ਨ ਦਾ ਸਵਾਲ ਆਇਆ ਸੀ ਤੇ ਮੇਨਸ ਦੇ ਵਿੱਚ 2 ਸਵਾਲ ਆਏ ਸੀਗੇ। ਤਾਂ ਐਲਜੈਬਰਿਕ ਐਕਸਪ੍ਰੈਸ਼ਨ ਉਸ ਤੋਂ ਬਾਅਦ PSSB ਨੇ ਲਗਭਗ ਹਰ ਇਮਤਿਹਾਨ ਦੇ ਵਿੱਚ ਪਾਉਣਾ ਸ਼ੁਰੂ ਕੀਤਾ। ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਐਲਜੈਬਰਿਕ ਐਕਸਪ੍ਰੈਸ਼ਨ ਦੇ ਕਾਫੀ ਸਵਾਲ ਦੇਖੇ ਗਏ ਸੀ ਤੇ PSSB ਨੇ ਜੇ ਸ਼ੁਰੂ ਕੀਤਾ ਹੀ ਹੈ ਤਾਂ ਉਮੀਦ ਕਰਦੇ ਹਾਂ ਕਿ ਹੁਣ ਜੋ ਐਕਸਾਈਜ਼ ਦਾ ਤੇ ਪਟਵਾਰੀ ਦਾ ਪੇਪਰ ਹੋਣਾ, ਇਹਦੇ ਵਿੱਚ ਐਲਜੈਬਰਿਕ ਐਕਸਪ੍ਰੈਸ਼ਨਸ ਡੈਫੀਨੇਟਲੀ ਦੇਖੋਗੇ। ਯੂਨਿਟ ਡਿਜਿਟ ਹੋ ਗਿਆ, ਰਿਮਾਈਂਡਰ ਥਿਓਰਮ ਹੋ ਗਿਆ, ਡਿਵੀਜ਼ਿਬਿਲਟੀ ਰੂਲ ਹੋ ਗਿਆ, ਇਹ ਸਾਰੇ ਦਾ ਸਾਰਾ ਨੰਬਰ ਸਿਸਟਮ ਹੈ ਬੱਚੇ। ਇਹ ਸੈਸ਼ਨ ਜਦੋਂ ਸ਼ੁਰੂ ਹੋਇਆ ਤੁਹਾਡਾ ਇਹ ਕ੍ਰੈਸ਼ ਕੋਰਸ, ਉਹਦੇ ਵਿੱਚ ਮੈਂ 2 ਕਲਾਸਾਂ ਦੇ ਵਿੱਚ ਸਾਰੇ ਦਾ ਸਾਰਾ ਕਵਰ ਕਰਵਾਇਆ। ਇਹਦੇ ਨਾਲ ਹੀ ਪਰਸੈਂਟੇਜ ਤੇ ਰੇਸ਼ੀਓ, ਪਰਸੈਂਟੇਜ ਬੱਚੇ ਕਿਉਂਕਿ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਇੱਕ ਤਾਂ ਇਸ ਕਰਕੇ ਹੈ ਕਿ ਹਰ ਪੇਪਰ ਦੇ ਵਿੱਚ PSSB ਦੇ ਖਾਸ ਕਰਕੇ ਪੇਪਰਾਂ ਦੇ ਵਿੱਚ ਤੁਹਾਡਾ ਪਰਸੈਂਟੇਜ ਪੁੱਛਿਆ ਹੀ ਜਾ ਰਿਹਾ ਹੈ, ਤੇ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਅਗਲਾ ਸਾਡਾ ਸਾਰਾ ਸਿਲੇਬਸ, ਪ੍ਰੋਫਿਟ ਲੋਸ ਚੈਪਟਰ ਦੀ ਗੱਲ ਕਰ ਲਓ, ਸਿੰਪਲ ਇੰਟਰਸਟ ਜਾਂ ਕੰਪਾਊਂਡ ਇੰਟਰਸਟ ਚੈਪਟਰ ਦੀ ਗੱਲ ਕਰ ਲਓ, ਇਹ ਸਾਡੇ ਅਗਲੇ ਸਿਲੇਬਸ ਦੇ ਵਿੱਚੋਂ ਜਿਹੜੇ ਚੈਪਟਰਸ ਨੇ ਉਹ ਪਰਸੈਂਟੇਜ ਦੇ ਉੱਤੇ ਸਿੱਧੇ ਬੇਸਡ ਨੇ। ਸੋ ਇਸ ਕਰਕੇ ਪਰਸੈਂਟੇਜ ਇੰਪੋਰਟੈਂਟ ਰਹਿ ਜਾਂਦਾ। 2 ਕਲਾਸਾਂ ਬੱਚੇ ਆਪਾਂ ਇਹਦੀਆਂ ਲਾਵਾਂਗੇ ਤੇ 2 ਹੀ ਕਲਾਸਾਂ ਅਸੀਂ
ਰੇਸ਼ੀਓ ਐਂਡ ਪ੍ਰਪੋਰਸ਼ਨ ਦੀਆਂ ਲਾਵਾਂਗੇ। ਤਾਂ ਜਿਹੜੇ ਵਿਦਿਆਰਥੀ ਪਹਿਲੇ ਦਿਨਾਂ ਦੇ ਵਿੱਚ ਸੈਸ਼ਨ ਨੂੰ ਨਹੀਂ ਜੁਆਇਨ ਕਰਨਗੇ, ਕ੍ਰੈਸ਼ ਕੋਰਸ ਅਗਲੇ ਦਿਨਾਂ ਦੇ ਵਿੱਚ ਜੁਆਇਨ ਕਰਨਗੇ। ਮੈਂ ਇੱਕ ਗੱਲ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਣੀ ਭੁੱਲ ਗਿਆ ਸੀ, ਕਮੈਂਟ ਸੈਕਸ਼ਨ ਦੇ ਵਿੱਚ ਬੱਚੇ ਪੁੱਛ ਰਹੇ ਸੀ, ਤਾਂ ਮੈਂ ਹੁਣ ਦੱਸ ਦਿੰਦਾ ਕਿ ਬੱਚੇ ਉਹਨਾਂ ਨੂੰ ਜਿੰਨਾ ਕੁ ਸਿਲੇਬਸ ਲੰਘ ਗਿਆ, ਜੇ ਤੁਸੀਂ 4 ਦਿਨ ਬਾਅਦ ਜਾਂ 7 ਦਿਨ ਬਾਅਦ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਰਿਕਾਰਡਡ ਸੈਸ਼ਨਸ ਮਿਲਣਗੇ ਤੇ ਇਸ ਪੂਰੇ ਕੋਰਸ ਦੀ ਵੈਲਿਡਿਟੀ ਤੁਹਾਡੀ ਟਿਲ ਐਗਜ਼ਾਮ ਅਸੀਂ ਰੱਖਣੀ ਹੈ। ਪਰ ਸਿਰਫ ਟਿਲ ਐਗਜ਼ਾਮ ਨਹੀਂ, ਅਸੀਂ 3 ਮਹੀਨੇ ਤੱਕ, ਕਿ ਜੇ ਇਨ ਕੇਸ ਕੋਈ ਇਮਤਿਹਾਨ ਤੁਹਾਡਾ ਪੋਸਟਪੋਨ ਹੁੰਦਾ ਹੈ ਤਾਂ ਅਸੀਂ ਉਹਨੂੰ ਕੋਰਸ ਨੂੰ ਤੁਹਾਡੇ ਕੋਲੋਂ ਬੰਦ ਨਹੀਂ ਕਰ ਲਾਂਗੇ, ਖੋਹ ਨਹੀਂ ਲਵਾਂਗੇ। 3 ਮਹੀਨੇ ਤੱਕ ਤੁਹਾਡਾ ਇਹ ਕੋਰਸ ਤੁਹਾਡੇ ਕੋਲ ਰਾਖਵਾਂਗਾ। ਤੁਸੀਂ ਅੱਜ ਤੋਂ 30ਵੇਂ ਦਿਨ ਪੇਪਰ ਹੋ ਜਾਂਦਾ ਤਾਂ 30 ਦਿਨ ਤੱਕ ਦੇਖੋ, ਜੀ ਸੱਦ ਕੇ ਦੇਖੋ। 35-36 ਦਿਨਾਂ ਬਾਅਦ ਐਕਸਾਈਜ਼ ਦਾ ਪੇਪਰ ਹੋ ਜਾਣਾ ਹੈ, ਜੀ ਸੱਦ ਕੇ ਦੇਖੋ। ਤੇ ਜੇ ਇਨ ਕੇਸ ਕੋਈ ਪੇਪਰ 15 ਦਿਨ ਬਾਅਦ ਹੁੰਦਾ ਜਾਂ ਪੇਪਰ ਹੋ ਗਏ ਪਰ 20 ਦਿਨ ਬਾਅਦ ਤੁਹਾਡਾ ਕੋਈ ਹੋਰ ਇਮਤਿਹਾਨ ਹੈ ਤਾਂ ਤੁਸੀਂ ਉਦੋਂ ਤੱਕ ਇਸ ਕੋਰਸ ਨੂੰ ਦੇਖ ਸਕਦੇ ਹੋ। ਉਹ ਇੱਥੇ ਬੱਚੇ ਆਪਾਂ ਵਾਪਸ ਆਉਂਦੇ ਆ ਕਿ ਪਰਸੈਂਟੇਜ ਦੀਆਂ 2 ਕਲਾਸਾਂ ਤੇ ਰੇਸ਼ੀਓ ਪ੍ਰਪੋਰਸ਼ਨ ਦੀਆਂ 2 ਕਲਾਸਾਂ, ਕਿਉਂਕਿ 1.5 ਘੰਟੇ ਦਾ ਸੈਸ਼ਨ ਹੈ। ਕੱਲ ਮੈਂ ਤੁਹਾਡੇ ਨਾਲ ਟੈਲੀਗ੍ਰਾਮ ਤੇ YouTube ਤੇ ਟਾਈਮ ਟੇਬਲ ਸਾਂਝਾ ਕੀਤਾ ਸੀ। 1.5 ਘੰਟੇ ਦੀਆਂ 2 ਕਲਾਸਾਂ ਨੇ ਤਾਂ ਮਤਲਬ 3-3 ਘੰਟੇ ਦੇ ਵਿੱਚ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਾਂਗੇ। ਮੈਂ ਇੱਕ ਗੱਲ ਦੇਖੀ ਆ ਆਲੇ ਦੁਆਲੇ ਕਿ 3-3 ਘੰਟਿਆਂ ਦੇ ਵਿੱਚ ਇਹ ਪੂਰੇ ਦੇ ਪੂਰੇ ਚੈਪਟਰ ਹੀ ਪੜ੍ਹਾਏ ਜਾਂਦੇ ਨੇ, ਪਰ ਆਪਾਂ ਇਹ ਚੈਪਟਰ ਜਿਹੜੇ ਪੇਡ ਬੈਚ ਦੇ ਵਿੱਚ ਪੜ੍ਹੇ ਨੇ ਬੱਚੇ 6 ਘੰਟੇ 'ਚ ਪਰਸੈਂਟੇਜ ਕੀਤਾ, 6 ਘੰਟੇ 'ਚ ਰੇਸ਼ੀਓ ਐਂਡ ਪ੍ਰਪੋਰਸ਼ਨ ਕੀਤਾ ਤੇ ਆਪਾਂ 3-3 ਘੰਟੇ ਦੀ ਇਹਨਾਂ ਦੀ ਪ੍ਰੈਕਟਿਸ ਕਰਾਂਗੇ। ਤਾਂ ਉਹ ਕ੍ਰੈਸ਼ ਕੋਰਸ ਦੇ ਵਿੱਚ 2-2 ਕਲਾਸਾਂ ਇਹਨਾਂ ਦੀਆਂ ਹੋਣਗੀਆਂ। ਏਜਿਸ ਤੇ ਪਾਰਟਨਰਸ਼ਿਪ ਮੈਂ ਦੱਸਿਆ ਕਿ ਛੋਟੇ ਚੈਪਟਰ ਨੇ ਤਾਂ ਇੱਕ ਕਲਾਸ 'ਚ ਏਜਿਸ ਹੋ ਜਾਊਗਾ, ਇੱਕ ਕਲਾਸ 'ਚ ਤੁਹਾਡਾ ਪਾਰਟਨਰਸ਼ਿਪ ਹੋ ਜਾਊਗਾ। ਬੱਚੇ ਤੁਹਾਡੇ 2 ਤੇ 2 4 ਤੇ 2 6 ਤੇ 2 8 ਕਲਾਸਾਂ ਇਹ ਹੋ ਗਈਆਂ। ਉਸ ਤੋਂ ਬਾਅਦ ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ, ਇਹਨਾਂ ਦੀਆਂ ਕੁੱਲ ਮਿਲਾ ਕੇ 3 ਤੋਂ 4 ਕਲਾਸਾਂ। 3 ਤੋਂ 4 ਕਲਾਸਾਂ ਦਾ ਮਤਲਬ 5 ਤੋਂ 6 ਘੰਟੇ ਦਾ ਸਮਾਂ, ਜਿਹਦੇ ਵਿੱਚ ਮੈਂ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦੋਨੇ ਕਵਰ ਕਰਵਾਊਂਗਾ। ਤਾਂ ਸਿੰਪਲ ਇੰਟਰਸਟ 1.5 ਘੰਟਾ ਪਹਿਲੀ ਕਲਾਸ, ਦੂਜੀ ਕਲਾਸ ਘੰਟੇ ਦੀ ਰਹੂਗੀ। ਤਾਂ ਜਿਹੜਾ ਪਿੱਛੇ ਅੱਧਾ ਘੰਟਾ ਬਚ ਜੂ ਉਹਦੇ ਵਿੱਚ ਮੈਂ ਕੰਪਾਊਂਡ ਇੰਟਰਸਟ ਸ਼ੁਰੂ ਕਰਾ ਦੂੰਗਾ ਤੇ ਫਿਰ ਕੰਪਾਊਂਡ ਇੰਟਰਸਟ ਦੀਆਂ 2 ਕਲਾਸਾਂ ਜਾਂ 1.5 ਕਲਾਸ ਅੱਗੇ ਲੱਗੂਗੀ। ਤਾਂ ਕੁੱਲ ਮਿਲਾ ਕੇ 3 ਤੋਂ 4 ਕਲਾਸਾਂ ਸਾਡੀਆਂ ਸਿੰਪਲ ਕੰਪਾਊਂਡ ਇੰਟਰਸਟ ਦੀਆਂ ਹੋ ਜਾਣਗੀਆਂ। ਦੈਨ ਟਾਈਮ ਐਂਡ ਵਰਕ ਚੇਨ ਰੂਲ ਪਾਈਪ ਸਿਸਟਮ, ਇਹਦੀਆਂ ਘੱਟੋ ਘੱਟ 3 ਕਲਾਸਾਂ ਤੁਹਾਨੂੰ ਲਾਉਣੀਆਂ ਪੈਣਗੀਆਂ, ਕਿਉਂਕਿ ਟਾਈਮ ਐਂਡ ਵਰਕ ਆਪਣੇ ਆਪ 'ਚ ਬਹੁਤ ਵਾਸਟ ਹੈ। ਪਾਈਪਸ ਐਂਡ ਸਿਸਟਮ ਇੰਨਾ ਵਾਸਟ ਨਹੀਂ ਹੈਗਾ ਪਰ ਕੰਸੀਡਰੇਬਲ ਸਿਲੇਬਸ ਹੈ। ਤੇ ਚੇਨ ਰੂਲ ਦੇ ਵਿੱਚੋਂ PSSS ਵੀ, ਹਾਲਾਂਕਿ PPSC ਵੀ, PSSS ਵੀ ਚੇਨ ਰੂਲ ਦੇ ਵਿੱਚੋਂ ਕੁਐਸਚਨਸ ਡਿਜ਼ਾਈਨ ਕਰਨੇ ਸ਼ੁਰੂ ਕਰ ਰਹੇ। ਤਾਂ 3 ਕਲਾਸਾਂ ਬੱਚੇ ਆਪਾਂ ਡੈਫੀਨੇਟਲੀ ਇਹਦੀਆਂ ਰੱਖਾਂਗੇ। ਇਸ ਤੋਂ ਬਾਅਦ ਬੱਚੇ ਐਵਰੇਜ ਤੇ ਮਿਕਸਚਰ ਐਂਡ ਐਲੀਗੇਸ਼ਨ, ਹਾਲਾਂਕਿ ਜਦੋਂ ਆਪਾਂ ਪਿਛਲੇ ਇਮਤਿਹਾਨਾਂ ਦਾ ਐਨਾਲਿਸਿਸ ਕੀਤਾ ਤਾਂ ਦੇਖਿਆ ਕਿ ਐਵਰੇਜ ਦੇ ਵਿੱਚੋਂ ਕੁਝ ਬਹੁਤਾ ਨਹੀਂ ਪੁੱਛਿਆ ਗਿਆ, ਮਿਕਸਚਰ ਐਂਡ ਐਲੀਗੇਸ਼ਨ ਦੇ ਵਿੱਚੋਂ ਵੀ ਬਹੁਤਾ ਕੁਝ ਨਹੀਂ ਪੁੱਛਿਆ ਗਿਆ। ਪਰ ਬੱਚੇ ਐਵਰੇਜ ਦੀ 1 ਕਲਾਸ ਤੇ ਮਿਕਸਚਰ ਐਲੀਗੇਸ਼ਨ ਦੀਆਂ 2 ਕਲਾਸਾਂ, ਜਿਹਦੇ ਵਿੱਚ 1 ਕਲਾਸ 'ਚ ਮਿਕਸਚਰ ਤੇ 1 ਕਲਾਸ ਦੇ ਵਿੱਚ ਆਪਾਂ ਐਲੀਗੇਸ਼ਨ, ਇਹਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰਾਂਗੇ। ਤਾਂ ਇਹਦੀਆਂ ਕਲਾਸਾਂ ਇੰਨੀਆਂ ਰਹਿਣਗੀਆਂ ਤੁਹਾਡੇ ਕੋਲ। ਪ੍ਰੋਫਿਟ ਲੋਸ ਵੱਡਾ ਚੈਪਟਰ ਹੈ, 2 ਕਲਾਸਾਂ ਘੱਟੋ ਘੱਟ ਲਾਉਣੀਆਂ ਪੈਣਗੀਆਂ। ਪਰਸੈਂਟੇਜ ਦੇ ਬਰਾਬਰ ਦਾ ਚੈਪਟਰ ਹੈ, ਸੋ ਇਸ ਕਰਕੇ 2 ਕਲਾਸਾਂ ਪ੍ਰੋਫਿਟ ਲੋਸ ਦੀਆਂ ਲਾਵਾਂਗੇ। ਜਿੰਨਾ ਪ੍ਰੋਫਿਟ ਲੋਸ ਦਾ ਤੁਹਾਡਾ ਸਾਰਾ ਸਿਲੇਬਸ ਹੈ ਉਹ ਤਾਂ ਕਵਰ ਕਰਾਂਗੇ। ਪ੍ਰੋਫਿਟ ਲੋਸ ਇਹੋ ਜਿਹਾ ਚੈਪਟਰ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਕਿਸਮ ਦੇ ਸਵਾਲ ਬਣਦੇ ਨੇ, ਬਹੁਤ ਇੰਟਰਸਟਿੰਗ ਕੇਸਿਸ ਡਿਜ਼ਾਈਨ ਹੋ ਜਾਂਦੇ ਨੇ, ਉਹਨਾਂ ਦੇ ਵਿੱਚੋਂ ਕੁਐਸਚਨਸ ਫਾਰਮੂਲੇਟ ਹੁੰਦੇ ਆ। ਤਾਂ ਉਹ ਸਾਰੀ ਦੀ ਸਾਰੀ ਪ੍ਰੈਕਟਿਸ ਪ੍ਰੋਫਿਟ ਐਂਡ ਲੋਸ ਦੇ ਵਿੱਚ ਹੋਊਗੀ। ਇਸ ਤੋਂ ਬਾਅਦ ਬੱਚੇ ਸਾਡਾ ਟਾਈਮ ਸਪੀਡ ਡਿਸਟੈਂਸ, ਮੈਂ ਕਿਹਾ ਸੀ ਇਹਦੇ ਵਿੱਚ ਟ੍ਰੇਨਸ ਤੇ ਬੋਟਸ ਐਂਡ ਸਟ੍ਰੀਮਸ ਵੀ ਹੋਊਗਾ। ਤਾਂ ਇਹਦੀਆਂ 3 ਕਲਾਸਾਂ ਤੁਹਾਡੇ ਕੋਲ ਹੋਣਗੀਆਂ। 3 ਕਲਾਸਾਂ ਇਹਦੀਆਂ ਲਾ ਕੇ ਇਸ ਤੋਂ ਬਾਅਦ ਪ੍ਰੋਬੇਬਿਲਿਟੀ ਅਲੱਗ ਤੋਂ ਕਰਾਂਗੇ। ਹਾਲਾਂਕਿ ਮੈਂ ਇਹ ਵੀ ਦਿਖਾਇਆ ਸੀ ਕਿ ਪ੍ਰੋਬੇਬਿਲਿਟੀ ਦੇ ਵਿੱਚੋਂ ਕੁਝ ਨਹੀਂ ਪੁੱਛਿਆ ਜਾ ਰਿਹਾ, ਪਰਮਿਟੇਸ਼ਨ ਕੰਬੀਨੇਸ਼ਨ ਚੋਂ ਕੁਝ ਨਹੀਂ ਪੁੱਛਿਆ ਜਾ ਰਿਹਾ, ਪਰ ਕਿਉਂਕਿ ਸਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਸੋ ਇਸ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਹੈ। ਤਾਂ 1 ਕਲਾਸ ਬੱਚੇ ਆਪਣੀ ਇਹਦੀ ਹੋਊਗੀ, 1 ਕਲਾਸ ਇਹਦੀ ਹੋਊਗੀ। ਤਾਂ ਪ੍ਰੋਬੇਬਿਲਿਟੀ ਦੀ ਇੱਕ ਅਲੱਗ ਕਲਾਸ, ਪਰਮਿਟੇਸ਼ਨ ਕੰਬੀਨੇਸ਼ਨ ਦੀ ਬਿਲਕੁਲ ਇੱਕ ਅਲੱਗ ਕਲਾਸ ਹੋਊਗੀ। ਤਾਂ 2 ਕਲਾਸਾਂ ਓਵਰਆਲ ਇਹਦੀਆਂ ਬਣ ਗਈਆਂ। ਅਖੀਰ ਤੇ ਸਾਡੀ ਸਭ ਤੋਂ ਜ਼ਰੂਰੀ ਮੈਂਸੂਰੇਸ਼ਨ 2D ਤੇ 3D, ਪਟਵਾਰੀ ਵਾਲੇ ਬੱਚਿਆਂ ਲਈ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਪਰ PSSS ਵੀ ਦਾ ਜੇ ਕੋਈ ਵੀ ਐਗਜ਼ਾਮ ਤੁਸੀਂ ਦੇ ਰਹੇ ਹੋ, ਐਕਸਾਈਜ਼ ਦੇ ਰਹੇ ਹੋ, ਕੱਲ ਨੂੰ ਵੀਡੀਓ ਦੇਣਾ ਕਦੇ ਜਾ ਕੇ, PSSS ਵੀ ਕਲਰਕ ਦੇਣਾ ਹੈਗਾ, ਤਾਂ PSSS ਵੀ ਦਾ ਜੇ ਕੋਈ ਵੀ ਹੋਰ ਇਮਤਿਹਾਨ ਵੀ ਦੇ ਰਹੇ ਹੋ ਤਾਂ ਵੀ ਮੈਂਸੂਰੇਸ਼ਨ ਇੰਪੋਰਟੈਂਟ ਹੈ। ਪਟਵਾਰੀ ਵਾਲਿਆਂ ਲਈ ਲੋੜ ਤੋਂ ਵੱਧ ਇੰਪੋਰਟੈਂਟ ਹੈ। ਤਾਂ ਬੱਚੇ 2 ਕਲਾਸਾਂ ਆਪਾਂ ਇਹਦੀਆਂ ਡੈਫੀਨੇਟਲੀ ਰੱਖਾਂਗੇ, ਪਰ 3 ਕਲਾਸਾਂ ਹੋ ਸਕਦੀਆਂ ਨੇ ਜੇ ਥੋੜਾ ਜ਼ਿਆਦਾ ਚੰਗੀ ਤਰ੍ਹਾਂ ਸਿਲੇਬਸ ਕਰਨਾ ਹੈਗਾ। ਤਾਂ 2D ਪਲੱਸ 3D 2 ਤੋਂ 3 ਕਲਾਸਾਂ ਇਹਦੀਆਂ ਹੋਣਗੀਆਂ। ਤੇ ਕਿਉਂਕਿ ਹਾਲਾਂਕਿ ਮੈਂ ਦੱਸਿਆ ਕਿ PSSS ਦੇ ਪੇਪਰਾਂ ਦੇ ਵਿੱਚ DI ਨਹੀਂ ਪੁੱਛੀ ਜਾ ਰਹੀ, PPSC ਨੇ ਬਹੁਤ ਚੰਗੇ ਪੱਧਰ ਦੀ DI ਪੁੱਛੀ ਹੈ, 7-7 8-8 ਸਵਾਲ ਹਰ ਇੱਕ ਪੇਪਰ ਦੇ ਵਿੱਚ ਪੁੱਛੇ ਨੇ। ਪਰ PSSS ਦੇ ਵਿੱਚ ਜੇ ਖਾਸ ਕਰਕੇ ਪਟਵਾਰੀ ਦੇ ਪ੍ਰੀ ਅਤੇ ਮੇਨਸ ਦੀ ਗੱਲ ਕਰੀਏ ਤੇ ਜੇ ਐਕਸਾਈਜ਼ 2021 ਦੀ ਗੱਲ ਕਰੀਏ ਤਾਂ DI ਨਹੀਂ ਪੁੱਛੀ ਗਈ, ਕੋਆਪਰੇਟਿਵ ਬੈਂਕ ਦੇ ਵਿੱਚ ਪੁੱਛੀ ਗਈ ਹੈ। ਪਰ ਕਿਉਂਕਿ ਸਿਲੇਬਸ ਦੇ ਵਿੱਚ DI ਮੈਂਸ਼ਨ ਹੈ, ਮੈਂ ਤੁਹਾਨੂੰ ਸਿਲੇਬਸ ਦਿਖਾਇਆ ਸੀਗਾ ਪਿਛਲੀ ਸੈਗਮੈਂਟ ਤੇ, ਕਿਉਂਕਿ ਸਿਲੇਬਸ ਦੇ ਵਿੱਚ DI ਮੈਂਸ਼ਨ ਹੈ ਤਾਂ ਆਪਾਂ ਨੂੰ ਉਸ ਪੱਧਰ ਤੱਕ ਦੀ DI ਕਰਨੀ ਪੈਣੀ ਹੈ, ਉਨੇ ਕੁ ਸਵਾਲ ਉਹਦੇ ਕਵਰ ਕਰਨੇ ਪੈਣੇ ਆ ਕਿ ਸਾਡਾ DI ਦਾ ਲਗਭਗ ਸਿਲੇਬਸ ਤਾਂ ਘੱਟੋ ਘੱਟ ਕਵਰ ਹੋ ਜੇ। ਤਾਂ DI ਕਵਰ ਕਰਨ ਦੇ ਲਈ ਬੱਚੇ ਆਪਾਂ ਅਖੀਰ ਤੇ 2 ਕਲਾਸਾਂ ਲਾਵਾਂਗੇ।
ਪੀਪੀਐਸਸੀ ਵਾਲੇ ਜਿਹੜੇ ਬੱਚੇ ਨੇ, ਨੈਬ ਤਹਿਸੀਲਦਾਰ ਵਾਲੇ ਜਿਹੜੇ ਬੱਚੇ ਨੇ, ਉਹਨਾਂ ਨੂੰ ਮੈਂ 2 ਤੋਂ ਜ਼ਿਆਦਾ ਕਲਾਸਿਸ ਦੇ ਵਿੱਚ ਡੀਆਈ ਕਵਰ ਕਰਵਾਉਂਗਾ, ਕਿਉਂਕਿ ਉਹਦੇ ਸਿਲੇਬਸ ਦੇ ਵਿੱਚ ਡੀਆਈ ਮੈਂਸ਼ਨ ਵੀ ਹੈ, ਪਿਛਲੇ ਇਮਤਿਹਾਨਾਂ ਦੇ ਵਿੱਚ ਡੀਆਈ ਪੁੱਛੀ ਵੀ ਗਈ ਹੈ ਤੇ ਚੰਗੇ ਪੱਧਰ ਦੀ ਪੁੱਛੀ ਗਈ ਹੈ। ਕੋਈ ਐ ਨਹੀਂ ਹੈਗਾ ਕਿ ਜਵਾਕਾਂ ਜਿਹੇ ਵਾਲੇ ਸਵਾਲ ਪੁੱਛ ਲਏ, ਕੁਝ ਵਧੀਆ ਲੈਵਲ ਦੇ ਸਵਾਲ ਦੇਖੇ ਗਏ ਨੇ ਪਿਛਲੇ ਸਮੇਂ ਦੇ ਵਿੱਚ, ਤਾਂ ਆਪਾਂ ਉਹਨਾਂ ਲਈ ਡੀਆਈ ਉਸ ਪੱਧਰ ਦੀ ਕਰਨੀ ਹੈ। ਪਰ PSSB ਦੇ ਵਿੱਚ ਜੇ ਨਹੀਂ ਵੀ ਪੁੱਛੀ ਜਾ ਰਹੀ ਤਾਂ ਘੱਟੋ ਘੱਟ 2 ਕਲਾਸਾਂ ਆਪਾਂ ਡੀਆਈ ਦੀਆਂ ਕਰਾਂਗੇ ਕਿ ਜੇ ਕਿਸੇ ਇਮਤਿਹਾਨ ਦੇ ਵਿੱਚ ਡੀਆਈ ਪੁੱਛੀ ਗਈ ਅਸੀਂ ਘੱਟੋ ਘੱਟ ਕਰ ਸਕੀਏ। ਤਾਂ ਬੱਚੇ, ਤੁਹਾਡਾ ਸਾਰੇ ਦਾ ਸਾਰਾ ਮੈਂ 30 ਦਿਨ ਦਾ ਸੈਸ਼ਨ ਪਲਾਨ ਜਿਹੜਾ ਸਾਂਝਾ ਕੀਤਾ ਸੀਗਾ, ਉਹ 30 ਦਿਨਾਂ ਦੇ ਵਿੱਚ ਤੁਹਾਡੀਆਂ 3 ਸਲੋਟਸ ਸ਼ੁਰੂ ਕੀਤੀਆਂ ਨੇ ਆਪਾਂ, ਜਿਹਦੇ ਵਿੱਚੋਂ ਇੱਕ ਸਲੋਟ ਦੇ ਵਿੱਚ ਤਾਂ ਪਹਿਲੇ ਤੋਂ ਆਖਰੀ ਦਿਨ ਤੱਕ 30 ਦੇ 30 ਦਿਨ ਮੈਥ ਚੱਲਣਾ ਹੈ। ਬਾਕੀ ਦੇ ਜਿਹੜੇ ਤੁਹਾਡੇ ਸਬਜੈਕਟਸ ਨੇ, ਜੀਐਸ ਦੇ ਕੰਪੋਨੈਂਟਸ ਨੇ, ਉਹਦੇ ਵਿੱਚ ਹਿਸਟਰੀ, ਜਿਓਗ੍ਰਾਫੀ, ਪੋਲਿਟੀ ਹੈ, ਪੰਜਾਬ ਜੀਕੇ, ਇਕਨੋਮਿਕਸ ਹੈ, এনवायरमेंट ਹੈ, ਸਟੈਟਿਕ ਜੀਕੇ ਹੈ, ਇਹ ਸਾਰੇ ਦੇ ਸਾਰੇ ਜਿਹੜੇ ਕੰਪੋਨੈਂਟਸ ਨੇ, ਉਹ ਨਾਲ ਇੰਗਲਿਸ਼ ਹੈ, ਪੰਜਾਬੀ ਹੈ, ਰੀਜ਼ਨਿੰਗ ਹੈ ਤੇ ਸਭ ਤੋਂ ਇੰਪੋਰਟੈਂਟ ਕੰਪਿਊਟਰ ਵੀ ਹੈ। ਇਹ ਜਿਹੜੇ ਕੰਪੋਨੈਂਟਸ ਨੇ ਇਹ ਤੁਹਾਡੇ ਬਾਕੀ 2 ਸਲੋਟਸ ਦੇ ਵਿੱਚ ਲਗਾਤਾਰ ਚੱਲਦੇ ਜਾਣਗੇ। 5-5 7-7 ਕਲਾਸਾਂ ਜਿੰਨੇ ਸਮੇਂ ਦੇ ਵਿੱਚ ਵੀ ਸਿਲੇਬਸ ਪੂਰਾ ਹੁੰਦਾ ਉਹ ਹੁੰਦਾ ਜਾਊਗਾ। ਪਰ ਮੈਥ ਕਿਉਂਕਿ 30 ਦੇ 30 ਦਿਨ ਕਰਨਾ ਤੇ ਇਹ ਸਾਰੇ ਦਾ ਸਾਰਾ ਸਿਲੇਬਸ ਕਵਰ ਕਰਨ ਦੇ ਲਈ ਸਾਨੂੰ 30 ਦਿਨ ਚਾਹੀਦੇ ਵੀ ਹੈ। ਜੇ ਆਪਾਂ ਗਿਣ ਕੇ ਦੇਖੀਏ ਤਾਂ 2 ਤੇ 2 4 ਤੇ 2 6 ਤੇ 2 8 ਤੇ 2 10 ਤੇ 3 13 ਤੇ 3 16 ਤੇ ਇਹਨੂੰ 4 ਮੰਨ ਲਓ 20 20 ਤੇ 3 23 ਤੇ 2 25 ਤੇ 2 27 ਤੇ 2 29, ਜੇ ਉਹਨੂੰ 3 ਮੰਨ ਲਈਏ ਤਾਂ 30। ਤਾਂ ਬੱਚੇ ਸਾਡਾ 30 ਦਿਨ ਦਾ ਸੈਸ਼ਨ ਪਲਾਨ ਇਹ ਰਹਿਣਾ ਹੈਗਾ। ਅੱਜ ਤੋਂ ਸ਼ੁਰੂ ਕਰਕੇ ਮੈਂ ਕੋਸ਼ਿਸ਼ ਹੋਊਗੀ ਕਿ 8 ਤੋਂ 9 ਮਈ ਦੇ ਵਿੱਚ ਜਾਂ ਵੱਧ ਤੋਂ ਵੱਧ 10 ਮਈ ਤੱਕ ਤੁਹਾਡਾ ਸਿਲੇਬਸ ਇਹ ਮੈਥ ਦਾ ਕਵਰ ਕਰਾ ਦਾਂ। ਬਾਕੀ ਸਾਰੇ ਅਧਿਆਪਕਾਂ ਦਾ ਵੀ ਜਿਵੇਂ ਆਪਾਂ ਸੈਸ਼ਨ ਪਲਾਨ ਤਿਆਰ ਕੀਤਾ ਹੈਗਾ, ਤੁਹਾਡਾ 7-8 ਮਈ ਤੱਕ, ਵੱਧ ਤੋਂ ਵੱਧ 10 ਮਈ ਤੱਕ ਸਾਰੇ ਦਾ ਸਾਰਾ ਕ੍ਰੈਸ਼ ਕੋਰਸ ਦੇ ਵਿੱਚ ਸਿਲੇਬਸ ਖਤਮ ਕਰਵਾਇਆ ਜਾਊਗਾ, ਤਾਂ ਕਿ ਆਖਰੀ 3 ਦਿਨ ਦੇ ਵਿੱਚ ਜੋ ਆਪਾਂ ਇਹ 30 ਦਿਨ ਦੇ ਵਿੱਚ ਸਾਰੇ ਹੀ ਸਬਜੈਕਟਾਂ ਦਾ, ਮੈਥ ਸਮੇਤ ਬਾਕੀ ਸਬਜੈਕਟਾਂ ਦੀ ਵੀ ਗੱਲ ਹੋ ਰਹੀ ਹੈ, ਜੋ ਪੂਰੇ ਕ੍ਰੈਸ਼ ਕੋਰਸ ਦੇ ਵਿੱਚ ਤੁਸੀਂ 30 ਦਿਨ ਦੇ ਵਿੱਚ ਪੜੋਗੇ, ਉਹਨੂੰ ਆਖਰੀ 3 ਦਿਨਾਂ ਦੇ ਵਿੱਚ ਆਪਾਂ YouTube ਮੈਰਾਥਨਸ ਰਾਹੀਂ ਚੰਗੀ ਤਰ੍ਹਾਂ ਪੋਲਿਸ਼ ਵੀ ਕਰ ਸਕੀਏ। ਤਾਂ ਉਹ ਸੈਸ਼ਨਸ ਆਪਣੇ ਆਖਰੀ 3 ਦਿਨ ਚੱਲਣਗੇ। ਤਾਂ 10 ਮਈ ਤੱਕ ਆਪਾਂ ਇਹ ਸਿਲੇਬਸ ਖਤਮ ਕਰਾਂਗੇ। ਉਹਦੇ ਵਿੱਚ ਮੈਥ ਦਾ 30 ਦਿਨ ਦਾ ਸੈਸ਼ਨ ਇਹ ਰਹਿਣਾ ਹੈਗਾ। ਟਾਈਮ ਟੇਬਲ ਮੈਂ ਤੁਹਾਡੇ ਨਾਲ ਕੱਲ ਵੀ ਸਾਂਝਾ ਕੀਤਾ ਸੀਗਾ ਬੱਚੇ, ਕਿ ਸਵੇਰੇ 10:30 ਤੋਂ 12 ਦੀ ਜਿਹੜੀ ਪਹਿਲੀ ਸਲੋਟ ਆ, ਉਹਦੇ ਵਿੱਚ ਪਹਿਲੇ ਤੋਂ ਆਖਰੀ ਦਿਨ ਤੱਕ ਤੁਹਾਡਾ ਮੈਥਸ ਹੀ ਚੱਲਣਾ ਹੈਗਾ। ਮੈਥ ਆਲਰੇਡੀ ਸ਼ੁਰੂ ਹੋ ਚੁੱਕਿਆ। ਜਿਹੜੇ ਵਿਦਿਆਰਥੀ ਹੁਣ ਆ ਕੇ ਇਹਨੂੰ ਜੁਆਇਨ ਕਰਨਗੇ, ਪਿਛਲੇ ਦਿਨਾਂ ਦੇ ਵਿੱਚ YouTube ਵੀਡੀਓਜ਼ ਤੇ ਕੁਝ ਵਿਦਿਆਰਥੀਆਂ ਦੇ ਕਮੈਂਟ ਆਏ ਸੀ, ਉਹ ਮੈਂ ਜਵਾਬ ਵੀ ਦੇ ਦੇਣਾ ਇੱਥੇ। ਪਹਿਲੀ ਗੱਲ ਕਿ ਜਿਹੜੇ ਵਿਦਿਆਰਥੀ ਜਦੋਂ ਵੀ ਜੁਆਇਨ ਕਰਨਗੇ, ਵਿਦਿਆਰਥੀ ਲਗਾਤਾਰ ਪੁੱਛ ਰਹੇ ਸੀ ਕਿ ਕੀ ਸਰ ਸਾਨੂੰ ਰਿਕਾਰਡਿੰਗਸ ਮਿਲਣਗੀਆਂ। ਬੱਚੇ, ਰਿਕਾਰਡਿੰਗਸ ਤੁਹਾਨੂੰ ਬਿਲਕੁਲ ਮਿਲਣਗੀਆਂ। ਜੇ ਤੁਹਾਡੇ ਜੁਆਇਨ ਕਰਨ ਤੱਕ 2 ਚੈਪਟਰ ਹੋ ਗਏ, 3 ਚੈਪਟਰ ਹੋ ਗਏ, 4 ਦਿਨਾਂ ਦੀ ਕਲਾਸ ਲੰਘ ਚੁੱਕੀ ਹੈ, ਤਾਂ ਉਹ ਤੁਹਾਨੂੰ ਰਿਕਾਰਡਡ ਫਾਰਮ ਦੇ ਵਿੱਚ ਮਿਲੂਗਾ। ਉਹਦਾ ਸਾਰਾ ਸਟੱਡੀ ਮਟੀਰੀਅਲ PDF ਦੀ ਫਾਰਮ ਦੇ ਵਿੱਚ ਮਿਲੂਗਾ। ਪੋਰਟਲ ਤੇ ਸਾਰਾ ਕੁਝ, ਜਿੱਥੇ ਤੁਹਾਡਾ ਖਾਤਾ ਬਣਨਾ ਹੈਗਾ, ਪੋਰਟਲ ਤੇ ਸਾਰਾ ਕੁਝ ਤੁਹਾਡੇ ਲਈ ਅਵੇਲੇਬਲ ਹੋਊਗਾ। ਤੇ ਉਸ ਤੋਂ ਬਾਅਦ ਉਸ ਦਿਨ ਤੋਂ ਜਿੱਦਣ ਜੁਆਇਨ ਕਰੋਗੇ, ਉਸ ਦਿਨ ਤੋਂ ਤੁਸੀਂ ਆਪਦੀਆਂ ਲਾਈਵ ਕਲਾਸਿਸ ਲਗਾ ਸਕਦੇ ਹੋ, ਜਿਹਦੇ ਵਿੱਚ ਸਵੇਰੇ 10:30 ਤੋਂ 12 12:30 ਤੱਕ ਚੱਲ ਜਾਂਦੀ ਹੈ ਕਲਾਸ। ਮੈਥ ਦੀ ਕਲਾਸ ਹੋਊਗੀ ਪਹਿਲੇ ਤੋਂ ਆਖਰੀ ਦਿਨ ਤੱਕ। ਉਸ ਤੋਂ ਬਾਅਦ ਦੂਜੀ ਸਲੋਟ ਦੇ ਵਿੱਚ 12:30 ਤੋਂ 2 ਰੀਜ਼ਨਿੰਗ ਤੋਂ ਸਟਾਰਟ ਕਰਕੇ ਪੰਜਾਬ ਜੀਕੇ, ਕੰਪਿਊਟਰ, ਜਿਓਗ੍ਰਾਫੀ, ਪੰਜਾਬੀ ਭਾਸ਼ਾ ਤੇ ਨਾਲ এনवायरमेंट, ਨਾਲ ਫੈਕਲਟੀ ਦਾ ਨਾਮ ਮੈਂਸ਼ਨ ਹੈ ਕਿ ਉਹ ਤੁਹਾਡਾ ਸਿਲੇਬਸ ਕਵਰ ਕਰਵਾਉਣਗੇ। ਤੇ ਆ ਮੈਂ ਕਰੈਕਟ ਕਰਦਾ, ਇਹ 4 ਤੋਂ 5 ਦੀ ਸਲੋਟ ਲਿਖੀ ਹੈ, ਇਹ 3:30 ਤੋਂ 5 ਦੀ ਸਲੋਟ ਹੈ। ਇਹ ਜਿਹੜਾ ਮੈਂ ਗਲਤੀ ਨਾਲ ਕੱਲ 4 ਲਿਖ ਲਿਆ ਸੀਗਾ, ਗਲਤੀ ਨਾਲ ਨਹੀਂ, ਹਾਲਾਂਕਿ ਤੈਅ ਹੀ ਪਹਿਲਾਂ 4 ਹੋਇਆ ਸੀਗਾ। ਇਹ 3:30 ਤੋਂ 5 ਦੀ ਸਲੋਟ ਹੈ, 1.5 ਘੰਟੇ ਦੀ ਹੀ ਇਹ ਸਲੋਟ ਹੈ। ਤਿੰਨੇ ਸਲੋਟਸ 1.5 ਘੰਟੇ ਦੀਆਂ ਨੇ। ਉਹਦੇ ਵਿੱਚ ਬੱਚੇ ਅੰਗਰੇਜ਼ੀ ਤੁਹਾਡੀ ਸ਼ੁਰੂ ਹੋ ਰਹੀ ਹੈ, ਫਿਰ ਸਟੈਟਿਕ ਜੀਕੇ ਜੇ ਪੰਜਾਬ ਦੇ ਇਮਤਿਹਾਨਾਂ ਦੀ ਗੱਲ ਕਰੀਏ ਤਾਂ ਵੇਟੇਜ ਵੱਧਦੀ ਜਾਂਦੀ ਹੈ। ਜੇ ਅੱਜ ਤੋਂ 3 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਦਾ ਐਨਾਲਿਸਿਸ ਕਰੀਏ ਤਾਂ ਸਟੈਟਿਕ ਜੀਕੇ ਦੀ ਵੇਟੇਜ ਵਧੀਆ। ਤਾਂ ਸਟੈਟਿਕ ਜੀਕੇ ਦਾ ਪੂਰਾ ਇੱਕ ਸੈਸ਼ਨ ਹੋਊਗਾ, ਜਿਹਦੇ ਵਿੱਚ ਸਾਰਾ ਕੁਝ ਕਵਰ ਕਰਵਾਇਆ ਜਾਊਗਾ। ਦੈਨ ਹਿਸਟਰੀ, ਇਕਨੋਮਿਕਸ, ਸਾਇੰਸ ਤੇ ਪੋਲਿਟੀ, ਇਹ ਤੁਹਾਡੇ ਜੀਐਸ ਦੇ ਕੁਝ ਕੰਪੋਨੈਂਟਸ ਨੇ, ਇਹ ਕਵਰ ਹੋਣਗੇ। ਅੰਗਰੇਜ਼ੀ ਤੇ ਪੰਜਾਬੀ ਭਾਸ਼ਾਵਾਂ ਕਵਰ ਹੋਣਗੀਆਂ, ਕੰਪਿਊਟਰ ਕਵਰ ਹੋਊਗਾ। ਤਾਂ ਇਹ ਸਾਰੇ ਦੇ ਸਾਰੇ ਸਬਜੈਕਟਸ ਤੁਹਾਡੇ ਕਵਰ ਹੋਣਗੇ। ਜਿਹੜੇ ਵਿਦਿਆਰਥੀ ਇਸ ਕੋਰਸ ਨੂੰ ਲੈਣਾ ਚਾਹੁੰਦੇ ਨੇ, ਮੈਂ ਫੀਸ ਦੱਸੀ ਸੀ ਕਿ ਇਸ ਦੀ ਫੀਸ ਅਸੀਂ ਸਿਰਫ ਤੇ ਸਿਰਫ 999 ਰੱਖੀ ਹੈ। ਸਿਰਫ 999 ਦੇ ਵਿੱਚ ਤੁਸੀਂ PSSB ਦੇ, ਚਾਹੇ ਐਕਸਾਈਜ਼ ਦੇ ਉੱਤੇ ਟੇਕ ਲਾਈਏ, ਚਾਹੇ ਆਪਣੇ ਪਟਵਾਰੀ ਦੇ ਪੇਪਰ ਦੇ ਉੱਤੇ ਟੇਕ ਲਾਈਏ, ਜਾਂ ਅਗਲੇ ਸਮੇਂ ਦੇ ਵਿੱਚ ਵੀਡੀਓ ਦੇਣਾ, ਕਲਰਕ ਦਾ ਪੇਪਰ ਦੇਣਾ, ਉਹ 999 ਦੇ ਵਿੱਚ ਇਹ ਸਾਰੇ ਦਾ ਸਾਰਾ ਸਿਲੇਬਸ, ਜਿਹਦੇ ਵਿੱਚ ਸਾਰਾ ਮੈਥ, ਉਹਦੀ ਰਿਵੀਜ਼ਨ, ਉਹਦੀ ਪ੍ਰੈਕਟਿਸ, ਉਹ ਕ੍ਰੈਸ਼ ਕੋਰਸ ਦੇ ਵਿੱਚ ਮੈਂ ਸਿਲੇਬਸ ਕਵਰ ਕਰਵਾਉਂਗਾ। ਤੇ ਬਾਕੀ ਜੋ ਸਾਡੇ PSSB ਦੇ ਸਬਜੈਕਟਸ ਨੇ ਸਿਲੇਬਸ ਦੇ ਵਿੱਚ ਮੈਂਸ਼ਨ, ਉਹ ਸਾਰੇ ਦਾ ਸਾਰਾ ਕਵਰ ਹੋਊਗਾ ਸਿਰਫ 999 ਦੇ ਵਿੱਚ। ਤਾਂ ਜਿਹੜੇ ਵਿਦਿਆਰਥੀ ਇਸ ਕੋਰਸ ਨੂੰ ਖਰੀਦਣਾ ਚਾਹੁੰਦੇ ਨੇ, ਇਹਦੇ ਵਿੱਚ ਜੁੜਨਾ ਚਾਹੁੰਦੇ ਨੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਾਂ ਤਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੀ, ਜਿਹੜੀ ਇਹ ਵੀਡੀਓ ਚੱਲਦੀ ਹੈ ਹੋਰ 2-4 ਮਿੰਟਾਂ 'ਚ ਖਤਮ ਹੋ ਜੂਗੀ, ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾਓ। ਉੱਥੇ ਤੁਹਾਡੇ ਕੋਲ ਇਹਦਾ ਲਿੰਕ ਦਿੱਤਾ ਹੋਊਗਾ ਕਿ ਪਟਵਾਰੀ ਜਾਂ ਐਕਸਾਈਜ਼ ਇੰਸਪੈਕਟਰ ਦਾ ਜਿਹੜਾ 2023 ਦਾ ਕ੍ਰੈਸ਼ ਕੋਰਸ ਹੈ, ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਪਰਚੇਸ ਕਰ ਸਕਦੇ ਹੋ।
ਨਹੀਂ ਤਾਂ ਤੁਸੀਂ successtree.in ਦੇ ਪੋਰਟਲ ਤੇ ਜਾਓ, ਸਾਡੀ ਵੈਬਸਾਈਟ ਤੇ ਜਾਓ ਤੇ ਉੱਥੇ ਤੁਹਾਨੂੰ ਕੋਰਸਿਸ ਦੇ ਵਿੱਚ ਪਟਵਾਰੀ ਸਰਚ ਕਰੋ, ਕੱਲਾ ਪਟਵਾਰੀ ਦੇ ਵਿੱਚ ਇਹ ਕੋਰਸ ਦਿਖ ਜੂਗਾ, ਪਟਵਾਰੀ ਪਲੱਸ ਐਕਸਾਈਜ਼ 2023 ਦਾ ਕ੍ਰੈਸ਼ ਕੋਰਸ, ਤੁਸੀਂ ਉੱਥੋਂ ਪਰਚੇਜ਼ ਕਰ ਸਕਦੇ ਹੋ। ਬੱਚੇ ਕੱਲ ਮੈਂ ਜਦੋਂ ਇਹ ਸਲਾਈਡ ਦਿਖਾਈ ਸੀ ਤਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ, ਤੁਸੀਂ ਹੁਣ ਦੇਖ ਸਕਦੇ ਹੋ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀਆਂ ਕਲਾਸਿਸ ਨੇ ਉਹ ਲਾਈਵ ਪਲੱਸ ਰਿਕਾਰਡਡ ਨੇ, ਯਾਨੀ ਕਿ ਤੁਸੀਂ ਲਾਈਵ ਕਲਾਸਿਸ ਅਟੈਂਡ ਕਰੋਗੇ, ਪਰ ਜੇ ਕੋਈ ਕਲਾਸ ਤੁਸੀਂ ਲਗਾਈ ਤੇ ਦੁਬਾਰਾ ਦੇਖਣਾ ਚਾਹੁੰਦੇ ਹੋ, ਦੋ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਰਿਕਾਰਡਡ ਫਾਰਮ ਦੇ ਵਿੱਚ ਤੁਹਾਨੂੰ ਉਸੇ ਦਿਨ ਅਵੇਲੇਬਲ ਹੋਊਗੀ, ਤੁਸੀਂ ਰਿਕਾਰਡਡ ਦੇਖ ਸਕਦੇ ਹੋ। ਤੇ ਜੇ ਕਿਸ ਦਿਨ ਵੈਸੇ ਕੋਈ ਕਲਾਸ ਮਿਸ ਹੁੰਦੀ ਹੈ ਉਹ ਤਾਂ ਰਿਕਾਰਡਡ ਹੀ ਦੇਖਣੀ ਹੈ, ਤਾਂ ਉਹਦੀਆਂ ਰਿਕਾਰਡਿੰਗਸ ਤੁਹਾਡੇ ਕੋਲ ਰਹਿਣਗੀਆਂ, ਤੁਸੀਂ ਲਾਈਵ ਪਲੱਸ ਰਿਕਾਰਡਡ ਦੇਖ ਸਕਦੇ ਹੋ। ਡੇਲੀ 3 ਕਲਾਸਿਸ, ਉਹਨਾਂ ਦੀਆਂ ਸਲੋਟਸ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਸਵੇਰੇ 10:30 ਤੋਂ 12 ਮੈਥ, 12:30 ਤੋਂ 2 ਰੀਜ਼ਨਿੰਗ ਸ਼ੁਰੂ ਹੋਈ ਹੈ, ਫਿਰ ਜੀਐਸ ਦੇ ਬਾਕੀ ਕੰਪੋਨੈਂਟਸ ਹੋਣਗੇ ਤੇ ਸ਼ਾਮ ਨੂੰ 3:30 ਤੋਂ 5 ਅੰਗਰੇਜ਼ੀ ਸ਼ੁਰੂ ਹੋਈ ਹੈ ਤੇ ਬਾਕੀ ਕੰਪੋਨੈਂਟਸ ਉਹਦੇ ਵਿੱਚ ਕਵਰ ਹੋਣਗੇ। ਇਹਦੇ ਜਿਹੜੇ ਸਾਰੇ ਦੇ ਸਾਰੇ ਇਸ ਕ੍ਰੈਸ਼ ਕੋਰਸ ਦੇ ਵਿੱਚ ਜੋ ਅਧਿਆਪਕ ਤੁਹਾਨੂੰ ਪੜਾਉਣਗੇ, ਮੈਥ ਦੀ ਜੇ ਮੈਂ ਆਪਣੇ ਸਬਜੈਕਟ ਦੀ ਗੱਲ ਕਰਾਂ ਤਾਂ ਜੋ ਸਾਰੇ ਦਾ ਸਾਰਾ ਸਿਲੇਬਸ ਕਵਰ ਕਰਾਉਣਾ ਮੈਂ 30 ਦਿਨਾਂ ਦੇ ਵਿੱਚ, ਉਹ ਦੋਹਾਂ ਭਾਸ਼ਾਵਾਂ ਦੇ ਵਿੱਚ ਕਵਰ ਕਰਵਾਉਂਗਾ, ਪੰਜਾਬੀ ਅਤੇ ਅੰਗਰੇਜ਼ੀ ਬਾਈਲਿੰਗੁਅਲ ਨੋਟਸ ਹੋਣਗੇ ਮੇਰੇ। ਮੈਂ ਜਿਹੜੇ ਸਾਰੇ ਦੇ ਸਾਰੇ ਸਵਾਲ ਕਰਵਾਉਂਗਾ ਦੋਹਾਂ ਭਾਸ਼ਾਵਾਂ ਦੇ ਵਿੱਚ ਹੋਣਗੇ, ਤਾਂ ਵਿਦਿਆਰਥੀ ਦੇ ਲਈ ਇੰਨੀ ਸੁਵਿਧਾ, ਕਿਉਂਕਿ ਆਪਣੇ ਪਟਵਾਰੀ ਜਾਂ ਐਕਸਾਈਜ਼ ਦੇ ਜੇ ਪੇਪਰ ਦੀ ਗੱਲ ਕਰੀਏ ਜਾਂ PSSB ਦੇ ਕਿਸੇ ਵੀ ਪੇਪਰ ਦੀ ਗੱਲ ਕਰੀਏ, ਦੋਹਾਂ ਭਾਸ਼ਾਵਾਂ ਦੇ ਵਿੱਚ ਪੇਪਰ ਪੁੱਛਿਆ ਜਾਣਾ, ਤਾਂ ਆਪਾਂ ਇੱਥੇ ਤਿਆਰੀ ਮੈਥ ਦੀ ਸਾਰੀ ਦੋਹਾਂ ਭਾਸ਼ਾਵਾਂ ਦੇ ਵਿੱਚ ਕਰਾਂਗੇ। ਤਾਂ ਜਿਹੜੇ ਵਿਦਿਆਰਥੀ ਇਸ ਕੋਰਸ ਨੂੰ ਪਰਚੇਜ਼ ਕਰਨਾ ਚਾਹੁੰਦੇ ਨੇ, ਇਹਦੀ ਫੀਸ 999 ਹੈ, ਸਿੱਧਾ ਤੁਸੀਂ ਪਰਚੇਜ਼ ਕਰ ਸਕਦੇ ਹੋ। ਪਰਚੇਜ਼ ਕਰਨ ਤੋਂ ਬਾਅਦ ਮੇਰਾ ਵੀਰ ਇੱਕ ਗੱਲ ਜ਼ਰੂਰ ਕਰਨੀ ਹੈ ਕਿ ਜੋ ਸਕਸੈਸ ਟਰੀ ਦਾ ਤੁਹਾਡੇ ਕੋਲ ਨੰਬਰ ਹੈ 9353 000041, ਆਪਣੇ ਪੇਮੈਂਟ ਦੇ ਸਕਰੀਨਸ਼ਾਟ, ਐਕਸਕਲੇਮੇਸ਼ਨ ਦਾ ਸਾਈਨ ਨਹੀਂ ਹੈਗਾ, 1 ਲਿਖਿਆ ਹੋਇਆ, 41 ਹੈਗਾ, ਆਪਣੀ ਪੇਮੈਂਟ ਦਾ ਸਕਰੀਨਸ਼ਾਟ ਇਸ ਨੰਬਰ ਤੇ WhatsApp ਕਰ ਦਿਓ, ਤਾਂ ਕਿ ਤੁਹਾਨੂੰ ਜੋ ਇਸ ਕ੍ਰੈਸ਼ ਕੋਰਸ ਦੇ ਲਈ ਵਿਦਿਆਰਥੀਆਂ ਦਾ WhatsApp ਗਰੁੱਪ ਬਣਿਆ ਹੋਇਆ, ਉਸ WhatsApp ਗਰੁੱਪ ਦੇ ਵਿੱਚ ਤੁਹਾਨੂੰ ਜੁਆਇਨ ਕਰਵਾ ਲਿਆ ਜਾਊਗਾ ਤੇ ਜਿਹੜੀ ਤੁਹਾਡੀ ਡੇਲੀ ਦੀ ਕਲਾਸ ਹੈ, ਹਰ ਰੋਜ਼ 3 ਕਲਾਸਾਂ ਹੁੰਦੀਆਂ ਨੇ, ਉਹ Zoom ਦੇ ਉੱਤੇ ਕਲਾਸਿਸ ਲੱਗਦੀਆਂ ਨੇ ਤੇ Zoom ਦਾ ਲਿੰਕ ਤੁਹਾਨੂੰ ਇਸ WhatsApp ਨੰਬਰ ਤੋਂ ਰੋਜ਼ ਮਿਲਦਾ ਜਾਊਗਾ ਉਸ ਗਰੁੱਪ ਦੇ ਵਿੱਚ। ਤਾਂ ਬਸ ਮੇਰੀ ਇੰਨੀ ਕੁ ਅਪੀਲ ਹੈ ਕਿ ਤੁਸੀਂ ਆਪਣੀ ਪੇਮੈਂਟ ਦਾ ਸਕਰੀਨਸ਼ਾਟ ਇਸ ਨੰਬਰ ਤੇ ਭੇਜਣਾ ਹੈ। ਤੇ ਇੱਕ ਕੁਝ ਵਿਦਿਆਰਥੀਆਂ ਨੇ ਇਹ ਪੁੱਛਿਆ ਸੀਗਾ ਕਿ ਸਰ ਸਾਡੇ ਕੋਲ ਲੈਪਟਾਪ ਹੈ ਜਾਂ ਕੰਪਿਊਟਰ ਹੈ, ਕੀ ਅਸੀਂ ਉਹਦੇ ਤੇ ਇਹ ਕਲਾਸਾਂ ਦੇਖ ਸਕਦੇ ਹਾਂ? ਤਾਂ ਬੱਚੇ ਬਿਲਕੁਲ, ਤੁਹਾਡੇ ਕੋਲ ਜਿਹੜਾ ਕਲਾਸ ਦਾ ਲਿੰਕ ਆਉਣਾ Zoom ਦਾ, ਉਹ ਤੁਹਾਡੇ WhatsApp ਨੰਬਰ ਤੇ ਆਉਣਾ, ਤਾਂ WhatsApp ਸਾਡਾ ਮੋਬਾਈਲ ਤੇ ਚੱਲਦਾ ਹੈ, ਪਰ ਉਹੀ ਲਿੰਕ ਜੇ ਤੁਸੀਂ ਲੈਪਟਾਪ ਦੇ ਵਿੱਚ ਖੋਲੋਗੇ, ਬਸ ਲੈਪਟਾਪ ਤੇ ਤੁਹਾਡੀ Zoom ਐਪ ਡਾਊਨਲੋਡ ਕੀਤੀ ਹੋਣੀ ਚਾਹੀਦੀ ਹੈ, ਤੁਸੀਂ ਕਲਾਸ ਫੋਨ ਤੇ ਵੀ ਦੇਖ ਸਕਦੇ ਹੋ, ਲੈਪਟਾਪ ਤੇ ਵੀ ਦੇਖ ਸਕਦੇ ਹੋ। ਜੇ ਕੋਈ ਹੋਰ ਕਿਸੇ ਵਿਦਿਆਰਥੀ ਦਾ ਕੋਈ ਸ਼ੱਕ ਹੈ, ਕੋਈ ਕੁਐਰੀ ਹੈ, ਕੋਈ ਸਵਾਲ ਹੈ, ਤੁਸੀਂ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ। ਮੈਂ ਕਮੈਂਟਾਂ ਦੇ ਵਿੱਚ ਜਦਵਿੰਦਰ ਸਰ ਜਾਂ ਸਾਡੀ ਟੀਮ ਦੇ ਵਿੱਚੋਂ ਕੋਈ ਹੋਰ ਕਮੈਂਟਾਂ ਦੇ ਵਿੱਚ ਤੁਹਾਡੀ ਕਿਸੇ ਵੀ ਕੁਐਰੀ ਦਾ ਜਵਾਬ ਦੇਵਾਂਗੇ। ਤੇ ਜਿਹੜੇ ਵਿਦਿਆਰਥੀ ਇਸ ਸੈਸ਼ਨ ਦੇ ਵਿੱਚ ਜੁੜ ਚੁੱਕੇ ਨੇ, ਆਪਾਂ ਅਗਲੇ ਦਿਨਾਂ ਦੇ ਸੈਸ਼ਨਸ ਦੇ ਵਿੱਚ ਮਿਲਾਂਗੇ ਬੱਚੇ। ਧੰਨਵਾਦ।